ਸੋ ਨਿਊਜ਼ ਡੇਟਲਾਈਨ ਪੰਜਾਬ ਦੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਰਿਤੇਸ਼ ਲੱਖੀ ਤੇ ਹਾਲ ਹੀ ਦੇ ਦਿਨਾਂ ਦੇ ਵਿੱਚ ਪੰਜਾਬ ਵਿਧਾਨ ਸਭਾ ਚੋਣਾਂ ਦੇ ਵਿੱਚ ਜਿਹੜੀ ਬਹੁਤ ਹੀ ਕਰਾਰੀ ਹਾਰ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਹੁੰਦੀ ਹੈ, ਉਸ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਿਹੜੇ ਜਥੇਦਾਰ ਸਾਹਿਬ ਨੇ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਵੱਲੋਂ ਇੱਕ ਬੜਾ ਹੀ ਮਹੱਤਵਪੂਰਨ ਸੁਨੇਹਾ ਤੇ ਸੰਦੇਸ਼ ਜਿਹੜਾ ਹੈ ਉਹ ਆਇਆ, ਜਿਸ ਵਿੱਚ ਕਿ ਉਹਨਾਂ ਨੇ ਇਸ ਹਾਰ ਜਿਹੜੀ ਸਿਆਸੀ ਹਾਰ ਸੀ ਸ਼੍ਰੋਮਣੀ ਅਕਾਲੀ ਦਲ ਦੀ, ਉਸ ਨੂੰ ਇੱਕ ਗਹਿਰਾ ਸੰਕਟ ਤੇ ਸਮੁੱਚੇ ਦੁਨੀਆ ਭਰ ਵਿੱਚ ਵਸਦੇ ਸਿੱਖਾਂ ਲਈ ਇੱਕ ਬੜੀ ਵੱਡੀ ਚਿੰਤਾ ਦਾ ਸਬਬ ਤੇ ਕਾਰਨ ਦੱਸਿਆ। ਸੋ ਸਮਝਣ ਦੀ ਅੱਜ ਆਪਾਂ ਕੋਸ਼ਿਸ਼ ਕਰਾਂਗੇ ਆਪਣੀ ਇਸ ਬ੍ਰੌਡਕਾਸਟ ਦੇ ਵਿੱਚ ਕਿ ਕੀ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਜਿਹੜਾ ਸੰਕਟ ਹੈ ਉਹ ਅਕਾਲੀਆਂ ਦਾ ਸੰਕਟ ਹੈ ਜਾਂ ਫਿਰ ਲਾਰਜਰ ਟਰਮ ਦੇ ਵਿੱਚ ਜਿਹੜਾ ਅਕਾਲੀ ਦਲ ਜੋ ਕਿ ਇਤਿਹਾਸਿਕ 100 ਸਾਲ ਪੁਰਾਣਾ ਅਕਾਲੀ ਦਲ ਹੈ ਉਸ ਦਾ ਸੰਕਟ ਹੈ। ਤੇ ਇਸ ਉੱਤੇ ਗੱਲਬਾਤ ਕਰਾਂਗੇ। ਸਾਡੇ ਨਾਲ ਇਸ ਵਕਤ ਸਰਦਾਰ ਗੁਰਚਰਨਜੀਤ ਸਿੰਘ ਲਾਂਬਾ ਸਾਹਿਬ ਹੈਗੇ ਨੇ, ਜੋ ਕਿ ਉੱਗੇ ਸਿੱਖ ਵਿਦਵਾਨ ਹੈਗੇ ਨੇ, ਬੁੱਧੀਜੀਵੀ ਹੈਗੇ ਨੇ। ਸੰਤ ਸਿਪਾਹੀ ਇੱਕ ਪੰਥਕ ਰਸਾਲਾ ਰਿਹਾ ਹੈ ਜਿਸ ਦੇ ਕਿ ਬਹੁਤ ਲੰਮਾ ਸਮਾਂ ਲਾਂਬਾ ਸਾਹਿਬ ਐਡੀਟਰ ਵੀ ਰਹੇ ਹੈਗੇ ਨੇ। ਸੋ ਅੱਜ ਸਾਡੇ ਨਾਲ ਨਿਊ ਜਰਸੀ ਅਮਰੀਕਾ ਤੋਂ ਜੁੜ ਰਹੇ ਨੇ, ਕਿਉਂਕਿ ਮਾਮਲਾ ਇਹ ਪੰਥ ਦੇ ਨਾਲ, ਸਿੱਖੀ ਸਿਧਾਂਤਾਂ ਤੇ ਸਿੱਖ ਇਤਿਹਾਸ ਦੇ ਨਾਲ, ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜਦਾ ਹੈ। ਸੋ ਮੈਨੂੰ ਲੱਗਾ ਕਿ ਸਰਦਾਰ ਲਾਂਬਾ ਸਾਹਿਬ ਤੋਂ ਬਿਹਤਰ ਇਸ ਮੁੱਦੇ ਉੱਤੇ ਟਿੱਪਣੀਕਾਰ ਕੋਈ ਹੋਰ ਹੋ ਨਹੀਂ ਸਕਦਾ। ਲਾਂਬਾ ਸਾਹਿਬ, ਬਹੁਤ ਬਹੁਤ ਸਵਾਗਤ ਹੈ। ਬਹੁਤ ਬਹੁਤ ਧੰਨਵਾਦ ਤੁਹਾਡਾ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਇਤ। ਸੰਸਾਰ ਦੇ ਕਿਸੇ ਕੋਨੇ 'ਚ ਵੀ ਜਿਹੜਾ ਸਿੱਖ ਬੈਠਾ ਹੈ ਉਹ ਜ਼ਰੂਰ ਚਿੰਤਾ ਵੀ ਹੈ ਕਰ ਰਿਹਾ, ਔਰ ਚਿੰਤਤ ਵੀ ਹੈ, ਔਰ ਚਿੰਤਨ ਵੀ ਕਰਦਾ। ਬਹੁਤ ਬਹੁਤ ਧੰਨਵਾਦ, ਤੁਸੀਂ ਮੈਨੂੰ ਆਪਣੇ ਨਾਲ ਜੋੜਿਆ। ਲਾਂਬਾ ਸਾਹਿਬ, ਮੈਂ ਤਾਂ ਪਹਿਲੀ ਤੁਹਾਡੀ ਟਿੱਪਣੀ ਇਹੀ ਚਾਹਾਂਗਾ, ਕਿਉਂਕਿ ਮੈਂ ਵੀ ਆਪਣੇ ਜਿਹੜਾ ਮੇਰਾ ਨਿੱਜੀ ਚੈਨਲ ਹੈ ਰਿਤੇਸ਼ ਲੱਖੀ ਅਨਪਲਗਡ, ਉਸ ਉੱਤੇ ਇੱਕ ਕ੍ਰਿਟੀਕਲ ਰਿਪੋਰਟ ਬਣਾਈ ਸੀ। ਇਹਦਾ ਜਿਹੜਾ ਸ਼ੀਰਸ਼ਕ ਮੈਂ ਦਿੱਤਾ, ਸ਼ਾਇਦ ਤੁਸੀਂ ਵੇਖ ਵੀ ਪਾ ਰਹੇ ਹੋ, ਕਿ ਅਕਾਲੀ ਦਲ ਬਾਦਲ ਦਾ ਸੰਕਟ ਕੀ ਅਕਾਲੀਆਂ ਦਾ ਸੰਕਟ ਹੈ। ਤੇ ਜੋ ਜਥੇਦਾਰ ਸਾਹਿਬ ਨੇ ਆਪਣੇ ਤਕਰੀਬਨ 3-4 ਮਿੰਟ ਦੇ ਸੰਦੇਸ਼ ਜਾਂ ਸੁਨੇਹੇ ਵਿੱਚ ਗੱਲਬਾਤ ਕਹੀ, ਉਸ ਨੂੰ ਤੁਸੀਂ ਕਿਵੇਂ ਵੇਖਦੇ ਹੋ? ਰਿਤੇਸ਼ ਜੀ, ਬਹੁਤ ਬਹੁਤ ਅਹਿਮ ਮੁੱਦਾ ਹੈ। ਔਰ ਇਹ ਜਿਹੜਾ ਹੈ, ਕਿਉਂਕਿ ਅਕਾਲੀ ਲਫ਼ਜ਼ ਜਿਹੜਾ ਹੈ ਇਹ ਹੁਣ ਦਾ ਨਹੀਂ ਹੈ, ਇਹ ਬਲਕਿ ਗੁਰੂ ਸਾਹਿਬ ਦੇ ਵੇਲੇ ਦਾ ਹੀ ਹੈ। ਉਸ ਵੇਲੇ ਦਾ ਅਕਾਲੀ ਲਫ਼ਜ਼ ਚੱਲਿਆ ਆ ਰਿਹਾ। ਸੋ ਹਰ ਸਿੱਖ ਜਿਹੜਾ ਜਿੱਥੇ ਵੀ ਵਸਦਾ ਹੈਗਾ, ਉਹ ਅਕਾਲੀ ਲਫ਼ਜ਼ ਦੇ ਉੱਤੇ ਜਦੋਂ ਵੀ ਕੋਈ ਆਂਚ ਆਏਗੀ, ਕੋਈ ਗੱਲ ਹੋਏਗੀ, ਉਹ ਉਸ ਦੇ ਉੱਤੇ ਜ਼ਰੂਰ ਹੋਏਗਾ, ਚਿੰਤਤ ਹੋਏਗਾ। ਪਰ ਹੁਣ ਗੱਲ ਇਹ ਹੈਗਾ ਕਿ ਇਹ ਜਿਹੜੀ ਮੌਜੂਦਾ, ਜਿਸ ਨੂੰ ਤੁਸੀਂ ਜ਼ਿਕਰ ਕੀਤਾ ਹੈ ਕਿ ਹਾਰ ਹੋਈ ਹੈ, ਬੜੀ ਵੱਡੀ ਹਾਰ ਹੋਈ ਹੈ, ਗੱਲ ਇਹ ਹੈ ਕਿ ਮੇਰਾ ਖਿਆਲ ਹੈ ਕਿ ਇਸ ਨੂੰ ਹਾਰ ਕਹਿਣਾ ਵੀ ਇੱਕ ਬੜਾ ਛੋਟਾ ਜਿਹਾ ਲਫ਼ਜ਼ ਹੈ। ਅਸਲ ਵਿੱਚ ਜਿਹੜੀ ਪੰਥਕ ਇਲੈਕਸ਼ਨ ਪ੍ਰੋਸੈਸ ਦੇ ਵਿੱਚ ਇੱਕ ਨਵਾਂ ਲਫ਼ਜ਼ ਦਿੱਤਾ ਸੀ ਸਰਨਾ ਸਾਹਿਬ ਨੇ, ਜਦੋਂ ਉਹ ਦਿੱਲੀ ਗੁਰਦੁਆਰਾ ਚੋਣਾਂ ਹਾਰੇ ਸਨ, ਤੇ ਉਹਨਾਂ ਨੇ ਕਿਹਾ ਸੀਗਾ ਕਿ ਮੇਰਾ ਤਾਂ ਭੂ ਭੜਾਸ ਹੋ ਗਿਆ। ਸੋ ਇਹ ਹਾਰ ਨਹੀਂ ਹੈਗੀ, ਇਹ ਬਲਕਿ ਭੂ ਭੜਾਸ ਹੈਗਾ। ਇਹਨੂੰ ਹਾਰ ਵੀ ਬੜਾ ਛੋਟਾ ਜਿਹਾ ਲਫ਼ਜ਼ ਹੈਗਾ। ਹੁਣ ਬਲਕਿ ਜੋ ਅੱਜ ਤੁਸੀਂ ਦੇਖ ਰਹੇ ਹੋ, ਅੱਜ ਜੋ ਦੇਖ ਰਹੇ ਹੋ, ਮਹਿਸੂਸ ਕਰ ਰਹੇ ਹੋ, ਉਸ ਨੂੰ ਮੈਂ ਅਗਰ ਇਤਿਹਾਸ ਦੇ ਝਰੋਖੇ ਚੋਂ ਦੇਖਾਂ ਤੇ ਮੈਨੂੰ ਜਿਹੜੀ ਮੁਗਲਿਆ ਸਲਤਨਤ ਜਿਹੜੀ ਬਾਬਰ ਦੇ ਵੇਲੇ ਕਾਇਮ ਹੋਈ, ਔਰ ਜਿਸ ਦਾ ਹਸ਼ਰ ਆ ਕੇ ਬਹਾਦਰ ਸ਼ਾਹ ਦੇ ਵੇਲੇ ਇਹ ਹੋ ਗਿਆ ਸੀ ਕਿ ਉਸ ਵੇਲੇ ਕਿਹਾ ਜਾਂਦਾ ਸੀ ਸਲਤਨਤ ਸ਼ਾਹ ਆਲਮ ਅਜ਼ ਦਿੱਲੀ ਤਾ ਪਾਲਮ। ਉਹ ਸਲਤਨਤ ਜਿਹੜੀ ਬਾਬਰ ਨੇ ਕਾਇਮ ਕੀਤੀ, ਉਹ ਦਿੱਲੀ ਤੋਂ, ਲਾਲ ਕਿਲੇ ਤੋਂ ਲੈ ਕੇ ਪਾਲਮ ਤੱਕ ਰਹਿ ਗਈ ਹੈ। ਬਿਲਕੁਲ ਇਹੀ ਹਾਲ ਤੁਸੀਂ ਦੇਖ ਰਹੇ ਹੋ ਜਿਸ ਹਿਸਾਬ ਨਾਲ ਹੋਇਆ ਹੈ। ਬਲਕਿ ਇਹਦੇ ਵਿੱਚ ਇੱਕ ਬੜੀ ਅਹਿਮ ਚੀਜ਼ ਹੈ ਕਿ ਜਿੰਨੀ ਮਰਜ਼ੀ ਮਾੜੀ ਹਾਲਤ ਹੋ ਜਾਂਦੀ, ਜੋ ਮਰਜ਼ੀ ਹੋ ਜਾਂਦਾ, ਉਹਦੇ ਵਿੱਚ ਇਤਨਾ ਹੀ ਬੁਰੀ ਤਰ੍ਹਾਂ, ਇਤਨਾ ਘੱਟ ਇਲੈਕਟਰਲ ਪ੍ਰੋਸੈਸ ਜਿੱਤ ਹਾਰ ਹੁੰਦੀ ਹੈ। ਪਰ ਇਸ ਦਾ ਮਤਲਬ ਇਹ ਹੈਗਾ ਕਿ ਅਕਾਲੀ ਦਲ, ਸ਼੍ਰੋਮਣੀ ਅਕਾਲੀ ਦਲ ਨਹੀਂ ਹਾਰਿਆ, ਅਕਾਲੀਆਂ ਨੇ ਇਹਨੂੰ ਹਰਾਇਆ। ਇਸ ਨੂੰ ਜਿਹੜੇ ਅਕਾਲੀ ਸੋਚ ਵਾਲੇ ਸੀ ਉਹ ਵੀ ਇਹਦੇ ਨਾਲ ਨਹੀਂ ਖੜੇ ਹੋਏ। ਇਹ ਮੰਨਣ ਵਿੱਚ ਕੋਈ ਦਿੱਕਤ ਨਹੀਂ ਹੈਗੀ। ਹੁਣ ਤੁਹਾਡਾ ਇਹ ਕਹਿਣਾ ਹੈ ਕਿ ਅਕਾਲੀ ਦਲ ਦਾ ਸੰਕਟ ਕੀ ਹੈ। ਸਭ ਤੋਂ ਪਹਿਲੀ ਗੱਲ ਤਾਂ ਕਿ ਸਾਨੂੰ ਇਸ ਦਾ ਥੋੜਾ ਜਿਹਾ ਇਤਿਹਾਸ ਸਮਝਣਾ ਪੈਣਾ ਹੈ ਕਿ ਅਕਾਲੀ ਦਲ ਹੈਗਾ ਕੀ ਹੈ। ਅਕਾਲੀ ਦਲ ਦੀ ਕਾਇਮੀ ਸਿੰਘ ਸਾਹਿਬ ਨੇ ਵੀ ਜਦੋਂ ਕਹੀ ਹੈ, ਉਹ 1920 ਦੇ ਵਿੱਚ 15 ਦਸੰਬਰ 1920 ਚ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਹੋਇਆ। ਅਕਾਲ ਤਖਤ ਸਾਹਿਬ ਤੋਂ ਇਸ ਦੀ ਕਾਇਮੀ ਹੋਈ ਹੈ। ਔਰ ਉਸ ਵੇਲੇ ਅਕਾਲੀ ਜਿਹੜਾ ਅਖਵਾਣਾ ਚਾਹੁੰਦਾ ਸੀ, ਉਹ ਨੀਲੀ ਪੱਗ ਬੰਨਦਾ ਸੀ। ਨੀਲੀ ਪੱਗ ਦਾ ਮਤਲਬ ਖੱਫਣ ਹੁੰਦਾ ਸੀ। ਉਹਨੇ ਆਪਣੇ ਸਿਰ ਤੇ ਕਫਨ ਲੈ ਲਿਆ, ਉਹ ਕੁਰਬਾਨੀ ਦੇਣ ਲਈ ਤੁਰਦਾ ਸੀ।
ਜੇ ਤੁਸੀਂ ਅਗਰ ਦੇਖਣਾ ਹੈ, ਅਗਰ ਇਤਿਹਾਸ ਨੂੰ ਪੜ੍ਹਨਾ ਹੈ, ਅਫਸੋਸ ਹੈ ਕਿ ਸਾਡੇ ਆਗੂ, ਉਹਨਾਂ ਦਾ ਇਤਿਹਾਸ ਨਾਲ ਕੋਈ ਲੈਣਾ ਦੇਣਾ ਹੀ ਨਹੀਂ, ਕੋਈ ਵਾਸਤਾ ਨਹੀਂ। ਉਹਨਾਂ ਦੇ ਲਈ ਸਿਰਫ ਕੁਰਸੀਆਂ ਹੈ, ਅਹੁਦੇ ਹੈ, ਮੈਂਬਰੀਆਂ ਹੈ, ਸਪੀਕਰੀਆਂ ਹੈ, ਉਹ ਸਾਰਾ ਕੁਝ ਹੈਗਾ। ਬਲਕਿ ਜੇ ਅਕਾਲੀ ਦਲ ਨੂੰ ਵਰਤਿਆ ਜਾਂਦਾ ਹੈ, ਗੁਰਦੁਆਰਾ ਕਮੇਟੀਆਂ ਨੂੰ ਵਰਤਿਆ ਜਾਂਦਾ ਹੈ ਕਿ ਉਹ ਕਿਧਰੇ ਮੈਂਬਰੀ ਮਿਲ ਜਾਏ, MLA ਦੀ ਮਿਲ ਜਾਏ, ਸਪੀਕਰ ਦੀ ਮਿਲ ਜਾਏ, ਕੋਈ MP ਦੀ ਮਿਲ ਜਾਏ। ਔਰ ਹਾਲਤ ਇੱਥੇ ਤੱਕ ਹੋ ਗਈ, ਜਿਹੜਾ ਅਕਾਲੀ ਦਲ ਸੀਗਾ ਉਹ ਕੁਰਬਾਨੀ ਕਰਦਾ ਸੀ, ਮਗਰ ਇੱਥੇ ਤੇ ਹੋ ਗਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੀ ਜਿਹੜੇ ਆ ਉਹ ਇਸਤੀਫੇ ਦੇ ਕੇ ਤੇ ਚੋਣਾਂ ਲੜਦੇ MLA ਦੀ। ਕੋਈ ਸਮਾਂ ਸੀ, ਜੇ ਅਕਾਲੀ ਦਲ ਦੀ ਗੱਲ ਕਰਦੇ ਹੋ ਨਾ, ਜਿਹੜਾ ਸੰਕਟ ਹੈਗਾ ਅਕਾਲੀ ਦਲ ਦਾ ਸੰਕਟ ਕੀ ਹੈ, ਮੈਂ 2 ਹਵਾਲੇ ਦਿਆਂਗਾ। ਬਾਬਾ ਖੜਕ ਸਿੰਘ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰੈਜ਼ੀਡੈਂਟ ਸਨ, ਅਕਾਲੀ ਸਨ, ਉਹ ਪ੍ਰੈਜ਼ੀਡੈਂਟ ਸੀ। ਉਹਨਾਂ ਦੇ ਉੱਤੇ ਬਗਾਵਤ ਦਾ ਕੇਸ ਚੱਲਿਆ ਗੁਰਦੁਆਰਾ ਸੁਧਾਰ ਲਹਿਰ ਵੇਲੇ, ਔਰ ਉਹਨਾਂ ਨੂੰ ਸੈਸ਼ਨ ਜੱਜ ਨੇ ਪੁੱਛਿਆ ਕਿ ਇਸ ਕੇਸ ਵਿੱਚ ਤੂੰ ਕੀ ਬਿਆਨ ਦੇਣਾ ਚਾਹੁੰਦਾ। ਬਾਬਾ ਜੀ ਨੇ ਬਿਆਨ ਦਿੱਤਾ ਸੀ ਕਿ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਹੋਣ ਦੀ ਹਸੀਅਤ ਵਿੱਚ ਸਿੱਖ ਕੌਮ ਦਾ ਪ੍ਰੈਜ਼ੀਡੈਂਟ ਆ। ਇਸ ਕੇਸ ਵਿੱਚ ਗਵਰਨਮੈਂਟ ਇੱਕ ਪਾਰਟੀ ਹੈ, ਉਸ ਪਾਰਟੀ ਦਾ ਨੌਕਰ ਇੱਕ ਜੱਜ ਹੈ, ਮੈਂ ਇੱਕ ਨੌਕਰ ਦੇ ਸਾਹਮਣੇ ਬਿਆਨ ਨਹੀਂ ਦੇ ਸਕਦਾ। ਇਹ ਇਤਿਹਾਸ ਵਿੱਚ ਰਿਕਾਰਡਡ ਹੈ। ਇਹ ਰੁਤਬਾ ਸੀਗਾ, ਇਹ ਰੁਤਬਾ ਸੀ। ਔਰ ਦੂਸਰੇ ਪਾਸੇ ਇਹ ਰੁਤਬਾ ਇੱਥੇ ਤੱਕ ਆ ਗਿਆ ਕਿ ਰਿਕਾਰਡ ਦੇ ਵਿੱਚ ਹੈ ਕਿ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੀਟਿੰਗ ਹੁੰਦੀ ਸੀ, ਜਦੋਂ ਉਹਨਾਂ ਦੀ ਇਕੱਤਰਤਾ ਹੁੰਦੀ ਸੀ, ਤਾਂ ਉਸ ਵੇਲੇ ਇੰਗਲੈਂਡ ਦੇ ਵਿੱਚ ਬੈਠਾ ਸੈਕਟਰੀ ਆਫ ਸਟੇਟ ਜਿਹੜਾ ਹੈਗਾ, ਉਹ ਇੱਥੋਂ ਦੇ ਗਵਰਨਰ ਜਨਰਲ ਹਾਊਸ ਦੇ ਨਾਲ ਵਾਇਰਲੈਸ ਦੇ ਉੱਤੇ ਰਾਬਤਾ ਕਾਇਮ ਰੱਖਦਾ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਅਕਾਲੀ ਕੀ ਪਾਸ ਕਰਨ ਜਾ ਰਹੇ ਆ, ਇਹ ਕਿਹੜਾ ਮਤਾ ਪਾਸ ਕਰਨ ਰਹੇ। ਜੇਕਰ ਕਿਧਰੇ ਪਠਾਣਾ ਦੇ ਉੱਤੇ ਗੋਲੀ ਚਲਦੀ ਹੈ, ਅਕਾਲੀ ਦਲ ਅਕਾਲ ਤਖਤ ਤੋਂ ਉਹਦੇ ਜਥੇ ਭੇਜਦਾ। ਜੇ ਹੈਦਰਾਬਾਦ ਦੇ ਵਿੱਚ ਆਰੀਆ ਸਮਾਜੀਆਂ ਤੇ ਜ਼ੁਲਮ ਹੁੰਦਾ, ਉੱਥੇ ਜਥੇ ਭੇਜਦਾ। ਇਹ ਕਲਕੱਤੇ ਦੇ ਵਿੱਚ ਮੁਸਲਮਾਨਾਂ ਨੂੰ ਦਿੱਕਤ ਆਂਦੀ ਹੈ, ਉੱਥੇ ਜਥੇ ਭੇਜਦਾ। ਸਾਰਾ ਕੁਝ ਕਰਦੇ ਰਹੇ ਆ, ਪਰ ਉਸ ਦੇ ਬਾਅਦ ਇਹਦਾ ਰੁਤਬਾ ਇਹ ਹੋ ਗਿਆ ਕਿ ਹੁਣ ਇਹ ਕਦੀ ਕਿਸੇ ਪਾਰਟੀ ਨਾਲ, ਜਿਹਨਾਂ ਸਾਰੀਆਂ ਪਾਰਟੀਆਂ ਦੀ ਅਗਵਾਈ ਕਰਦਾ ਸੀ ਅਕਾਲੀ ਦਲ, ਔਰ ਉਹ ਹੁਣ ਇਹ ਹੋ ਗਿਆ ਕਦੀ ਕਿਸੇ ਨਾਲ, ਕਦੀ ਕਿਸੇ ਨਾਲ, ਕਦੀ ਕਿਸੇ ਨਾਲ, ਕਿ ਸਿਰਫ ਜਿਹੜਾ ਹੈਗਾ ਕੋਈ ਸੀਟਾਂ ਮਿਲ ਜਾ। ਹੁਣ ਜਿਹੜਾ ਦੇਖੋ ਉਸ ਵੇਲੇ ਚੱਲਦਾ ਸੀ। ਜੀ ਸੌਰੀ ਫॉर ਦਿਸ ਇੰਟਰਪਸ਼ਨ। ਤੁਸੀਂ ਬੜਾ ਚੰਗੇ ਤਰੀਕੇ ਨਾਲ ਇਤਿਹਾਸਕ ਜਿਹੜਾ ਸੰਦਰਭ ਹੈ ਉਸ ਨੂੰ ਬੰਨ ਰਹੇ ਹੋ। ਮੈਂ ਚਾਹਾਂਗਾ ਵੀ ਇਸ ਚੀਜ਼ ਨੂੰ ਤੁਸੀਂ ਕੰਟੀਨਿਊ ਕਰੋ, ਲੇਕਿਨ ਮੇਰੇ ਇੱਕ ਸਪਲੀਮੈਂਟਰੀ ਸਵਾਲ ਇੱਥੇ ਹੈ ਕਿ ਜਨਵਰੀ ਦੇ ਪਹਿਲੇ ਮਹੀਨੇ ਦੇ ਵੀ ਜਦੋਂ ਪੰਥਕ ਇਕੱਤਰਤਾ ਹੁੰਦੀ ਹੈ ਬੇਅਦਬੀ ਦੇ ਮੁੱਦਿਆਂ ਉੱਤੇ, ਜਿਹੜਾ ਦੀਵਾਨ ਹਾਲ ਮੰਜੀ ਸਾਹਿਬ ਗੁਰਦੁਆਰਾ ਸਾਹਿਬ ਵਿਖੇ, ਉੱਥੇ ਮੀਰੀ ਪੀਰੀ ਦੇ ਸਿਧਾਂਤ ਦੀ ਗੱਲ ਕਰਕੇ ਇਹੀ ਐਕਟਿੰਗ ਜਥੇਦਾਰ ਸਾਹਿਬ ਵੱਲੋਂ ਕਿਹਾ ਜਾਂਦਾ ਕਿ ਸਾਡੀ ਜਿਹੜੀ ਸਿਆਸਤ ਤੇ ਧਰਮ ਹੈ ਉਹ ਇਕੱਠੇ ਸੀ, ਇਕੱਠੇ ਹਨ ਤੇ ਇਕੱਠੇ ਰਹਿਣਗੇ। ਯਾਨੀ ਕਿ ਧਰਮ ਤੇ ਸਿਆਸਤ ਨੂੰ ਜਿਹੜਾ ਇਕੱਠਾ ਲੈ ਕੇ ਚੱਲਣ ਦੀ ਜਿਹੜੀ ਇੰਟਰਪ੍ਰੀਟੇਸ਼ਨ ਹੈ, ਮੈਂ ਇਸ ਨੂੰ ਸਮਝਣਾ ਚਾਹਾਂਗਾ ਕਿ ਕਿਤੇ ਨਾ ਕਿਤੇ ਅੱਜ ਜਿਹੜੀ ਗੱਲਬਾਤ ਆ ਰਹੀ ਹੈ ਵੀ ਜੇ ਅਕਾਲੀ ਦਲ ਦੀ ਹਾਰ ਸ਼ਿਕਸਤ ਜਿਹੜੀ ਸਿਆਸੀ ਪੱਧਰ ਤੇ ਐਡੀ ਗਹਿਰੀ ਹੋਈ ਹੈ, ਤਾਂ ਫਿਰ ਉਸ ਨੂੰ ਧਾਰਮਿਕ ਪੱਧਰ ਤੇ ਵੀ ਕੋਈ ਸੱਟ ਵੱਜਦੀ ਪਈ ਹੈ। ਚਿੰਤਾਵਾਂ ਨੂੰ ਇਸ ਤਰੀਕੇ ਨਾਲ ਵੀ ਲੋਕਾਂ ਦੇ ਸਾਹਮਣੇ ਲਿਆਂਦਾ ਜਾ ਰਿਹਾ ਹੈ, ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਬਿਲਕੁਲ, ਬਹੁਤ ਅੱਛਾ ਸਵਾਲ ਹੈ, ਔਰ ਮੈਨੂੰ ਖੁਸ਼ੀ ਹੈ ਕਿ ਤੁਸੀਂ ਇਹ ਮੁੱਦਾ ਚੁੱਕਿਆ ਹੈਗਾ, ਕਿਉਂਕਿ ਸ਼ੁਰੂ ਤੋਂ ਹੀ ਇਹ ਕਹਿੰਦੇ ਰਹੇ ਹੈ, ਬਲਕਿ 3 ਪਾਰਟੀਆਂ, ਇੱਕ ਤਾਂ ਲੈ ਲਓ ਕਿ ਜਿਹੜੀਆਂ ਕੇਂਦਰੀ ਪਾਰਟੀਆਂ ਹੈਗੀਆਂ, ਜਿਨ੍ਹਾਂ 'ਚ BJP ਲੈ ਲਓ, ਕਾਂਗਰਸ ਲੈ ਲਓ ਜਾਂ ਹੋਰ ਲੈ ਲਓ, ਉਹ ਵੀ ਕਹਿੰਦੇ ਕਿ ਧਰਮ ਤੇ ਰਾਜਨੀਤੀ ਇਕੱਠੇ ਨਹੀਂ ਹੋਣ ਦਿਆਂਗੇ। ਮਗਰ ਤੁਸੀਂ ਦੇਖ ਲਿਆ, ਉਹਨਾਂ ਦਾ ਕਿਰਦਾਰ ਦੇਖ ਲਿਆ, ਉਹ ਰਾਜਨੀਤੀ ਵਰ ਕੇ ਧਰਮ ਦੇ ਉੱਤੇ ਕਬਜ਼ਾ ਕਰਨਾ ਚਾਹੁੰਦੇ। ਦਿੱਲੀ ਦੇ ਗੁਰਦੁਆਰਿਆਂ ਤੇ ਜਿਵੇਂ ਕੀਤਾ ਗਿਆ, ਉਹ ਪਹਿਲਾਂ ਵੀ ਕਦੀ ਸਾਧ ਸੰਗਤ ਬੋਰਡ ਬਣਾ ਕੇ, ਕਦੀ ਕੁਝ ਕਰਕੇ ਨਾਲੇ ਕਹੀ ਜਾਂਦੇ ਆ ਅਸੀਂ ਧਰਮ ਵਿੱਚ ਦਖਲ ਨਹੀਂ ਦਿਆਂਗੇ, ਮਗਰ ਉਹ ਸਾਧ ਸੰਗਤ ਬੋਰਡ ਬਣਾਉਂਦੇ ਆ, ਕਦੀ ਕੁਝ ਬਣਾਉਂਦੇ ਆ। ਮਕਸਦ ਉਹਨਾਂ ਦਾ ਹੁੰਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਿੱਦਾਂ ਕਬਜ਼ਾ ਕੀਤਾ ਜਾਏ। ਇਹ ਤਾਂ ਉਹਨਾਂ ਦਾ। ਅਕਾਲੀ ਦਲ ਦਾ ਹੈਗਾ, ਇਹ ਕਹਿੰਦੇ ਧਰਮ ਤੇ ਰਾਜਨੀਤੀ ਇੱਕੋ ਹੈ, ਮਗਰ ਉਹ ਵੀ ਧਰਮ ਨੂੰ ਵਰਤਦੇ ਆ ਰਾਜਨੀਤਿਕ ਅਹੁਦਿਆਂ ਲਈ। ਜਿਵੇਂ ਮੈਂ ਜ਼ਿਕਰ ਕੀਤਾ ਹੈ ਕਿ ਉਹ ਧਰਮ ਨੂੰ ਰਾਜਨੀਤੀ ਲਈ ਵਰਤਦੇ ਆ, ਤਾਂ ਕਿ ਉੱਥੋਂ ਇੱਕ ਪੌੜੀ ਦੇ ਤੌਰ ਦੇ ਉੱਤੇ ਗੁਰਦੁਆਰਾ ਜਿਹੜਾ ਧਰਮ ਹੈਗਾ ਉਹਨੂੰ ਵਰਤ ਕੇ ਤੇ ਅਹੁਦੇ ਹਾਸਲ ਕਰਨਾ ਚਾਹੁੰਦੇ ਆ। ਧਰਮ ਕੀ ਹੈ ਤੇ ਰਾਜਨੀਤੀ ਕੀ ਹੈ, ਮੈਂ ਬੜਾ ਮੁਖਤਸਰ ਇੱਕ ਲਫ਼ਜ਼ ਦੇ ਵਿੱਚ ਹੈ, ਹੀਰਾ ਸਿੰਘ ਦਰਦ ਜਿਹੜੇ ਕਿ ਵਿਦਵਾਨ ਸੀ, ਉਹਨਾਂ ਨੇ ਇੱਕ ਵਾਰੀ ਲਿਖਿਆ ਸੀ ਬਹੁਤ ਸੋਹਣੀ ਗੱਲ ਕਿ ਧਰਮ ਕੀ ਹੈ, ਰਾਜਨੀਤੀ ਕੀ ਹੈ, ਸਾਨੂੰ ਸਮਝ ਲੈਣਾ ਚਾਹੀਦਾ। ਉਹ ਕਹਿੰਦੇ ਜਿਹੜੀ ਚੀਜ਼ ਸਰਕਾਰ ਨੂੰ ਚੰਗੀ ਨਾ ਲੱਗੇ, ਵਕਤੀ ਹਕੂਮਤ ਨੂੰ ਚੰਗੀ ਨਾ ਲੱਗੇ, ਭਾਵੇਂ ਕਿਸੇ ਦੇ ਧਰਮ ਦੀ ਖਾਤਰ ਕੁਰਬਾਨੀ ਦੇਣੀ ਹੋਏ, ਤੁਹਾਡੀ ਪੋਸ਼ਾਕ ਹੋਏ, ਤੁਹਾਡਾ ਰਹਿਣ ਸਹਿਣ ਹੋਏ, ਤੁਹਾਡਾ ਖਾਣ ਪਾਣ ਹੋਏ, ਤੁਹਾਡੀ ਸਵਾਰੀ ਹੋਏ, ਜਿਹੜੀ ਚੀਜ਼ ਸਰਕਾਰ ਨੂੰ ਚੰਗੀ ਨਹੀਂ ਲੱਗਦੀ ਉਹ ਸਿਆਸਤ ਹੈ, ਸਰਕਾਰ ਦੀਆਂ ਨਜ਼ਰਾਂ 'ਚ ਪੋਲਿਟਿਕਸ ਹੈ।
ਔਰ ਜਿਹੜੀ ਚੀਜ਼ ਉਸ ਚੀਜ਼ ਲਈ ਅਗਰ ਤੁਸੀਂ ਕੁਰਬਾਨੀ ਦੇਣ ਲਈ ਤਿਆਰ ਹੋ ਜਾਓ ਉਹ ਤੁਹਾਡਾ ਧਰਮ ਹੈ। ਸੋ ਧਰਮ ਤੇ ਰਾਜਨੀਤੀ ਬਿਲਕੁਲ ਇੱਕ ਇਸ ਤਰੀਕੇ ਨਾਲ ਜੁੜੀ ਹੈ, ਮਗਰ ਇਹਦੇ ਵਿੱਚ ਇੱਕ ਚੀਜ਼ ਸਪਸ਼ਟ ਸੀ, ਧਰਮ ਦੀ, ਸਿੱਖਾਂ ਦੀ ਧਰਮ ਤੇ ਰਾਜਨੀਤੀ ਦਾ ਮਕਸਦ ਇੱਕ ਸੀਗਾ ਕਿ ਕੋਈ ਬਾਹਰਲੀਆਂ ਤਾਕਤਾਂ, ਸਰਕਾਰਾਂ, ਸ਼੍ਰੋਮਣੀ ਅਕਾਲੀ ਦਲ ਦਾ ਮਤਾ ਆਨੰਦਪੁਰ ਦੇ ਮਤੇ ਦੀ ਪਹਿਲੀ ਮੰਗ ਸੀ। ਹਾਲਾਂ ਬੜਾ ਹਾਸੋਹੀਣਾ ਹੈਗਾ, ਉਹਨਾਂ ਦੀ ਪਹਿਲੀ ਮੰਗ ਜਿਹੜੀ ਲਿਖੀ ਸੀ, ਜਿਹੜੀ ਇੰਦਰਾ ਗਾਂਧੀ ਨੂੰ ਲਿਖ ਕੇ ਭੇਜੀ, ਉਹਦੇ ਚ ਸੀਗਾ, ਮੰਗ ਕੀ ਹੈ, ਗੁਰਦੁਆਰਿਆਂ ਵਿੱਚ ਦਖਲ। ਕਹਿਣਾ ਚਾਹੁੰਦੇ ਸੀ ਦਖਲ ਬੰਦ ਕੀਤਾ ਜਾਏ, ਪਰ ਲਿਖ ਕੇ ਜਿਹੜਾ ਸਾਈਨ ਕਰਕੇ ਭੇਜਿਆ ਉਹ ਸੀਗਾ ਗੁਰਦੁਆਰਿਆਂ ਵਿੱਚ ਦਖਲ। ਖੈਰ ਇਹ ਤਾਂ ਇੱਕ ਪਰ ਬੜੀ ਹਾਸੋਹੀਣੀ ਹੈ, ਟਾਈਪੋ ਐਰਰ ਜਿਹਨੂੰ ਕਹਿੰਦੇ ਹੋ ਜੀ, ਪਰ ਬੜੀ ਵੱਡੀ ਹੈ ਜਿਹੜੀ ਐਡਾ ਵੱਡਾ ਡਾਕੂਮੈਂਟ ਹੈ। ਅੱਛਾ, ਉਹਦੇ ਵਿੱਚ ਕੀ ਸੀਗਾ ਕਿ ਉਹਨਾਂ ਦਾ ਸੀ ਕਿ ਗੁਰਦੁਆਰਿਆਂ ਵਿੱਚ ਸਰਕਾਰੀ ਦਖਲ ਨਾ ਹੋਏ। ਇਹ ਬਹੁਤ ਅਹਿਮ ਨੁਕਤਾ ਹੈ ਰਿਤੇਸ਼ ਜੀ। ਜਦੋਂ ਇਹ ਅਕਾਲੀ ਦਲ ਨੇ ਮੰਗ ਕੀਤੀ ਕਿ ਸਰਕਾਰ ਗੁਰਦੁਆਰਿਆਂ 'ਚ ਦਖਲ ਨਾ ਦੇਵੇ, ਉਹ ਸਰਕਾਰ ਕੇਵਲ ਬੀਜੇਪੀ ਦੀ, ਕਾਂਗਰਸ ਦੀ ਜਾਂ ਕਮਿਊਨਿਸਟਾਂ ਦੀ ਜਾਂ ਹੋਰ ਕਿਸੇ ਦੀ ਨਹੀਂ, ਉਹ ਸਰਕਾਰ ਦੇ ਵਿੱਚ ਅਕਾਲੀ ਸਰਕਾਰ ਵੀ ਆਂਦੀ ਹੈ। ਅਕਾਲੀਆਂ ਨੂੰ ਵੀ, ਅਕਾਲੀ ਸਰਕਾਰ ਨੂੰ ਵੀ ਕੋਈ ਦਖਲ ਨਹੀਂ ਹੈਗਾ ਕਿ ਉਹ ਗੁਰਦੁਆਰਿਆਂ ਦੇ ਪ੍ਰਬੰਧ 'ਚ ਦਖਲ ਦੇਵੇ। ਇਹ ਸਿੱਖਾਂ ਦੀ ਧਰਮ ਤੇ ਰਾਜਨੀਤੀ ਇਕੱਠੀ ਹੋਣ ਦਾ ਮਤਲਬ ਇਹ ਹੈ ਕਿ 1984 ਤੋਂ ਪਹਿਲੇ ਧਰਮ ਤੇ ਰਾਜਨੀਤੀ, ਧਾਰਮਿਕ ਮਸਲਿਆਂ ਤੇ ਰਾਜਨੀਤਿਕ ਮਸਲਿਆਂ ਬਾਰੇ ਅਕਾਲ ਤਖਤ ਸਾਹਿਬ ਤੋਂ ਮੋਰਚੇ ਲੱਗਦੇ ਰਹੇ, ਮਗਰ ਟੋੜਾ ਸਾਹਿਬ ਨੇ ਜਿਹੜਾ ਹਲਫੀਆ ਬਿਆਨ ਦਿੱਤਾ 1000 ਕਰੋੜ ਦੇ ਮਾਮਲੇ ਦੇ ਵਿੱਚ, ਉਹਨਾਂ ਦੇ ਚ ਉਹਨਾਂ ਨੇ ਲਿਖਿਆ ਕਿ ਇੰਦਰਾ ਗਾਂਧੀ ਨੇ ਮੈਨੂੰ ਸਪਸ਼ਟ ਕਿਹਾ ਸੀ ਕਿ ਤੁਸੀਂ ਅਕਾਲ ਤਖਤ ਤੋਂ ਮੋਰਚੇ ਕਿਉਂ ਲਗਾਉਂਦੇ ਹੋ। ਇਹ ਧਰਮ ਤੇ ਰਾਜਨੀਤੀ ਨੂੰ ਵੱਖ ਕਰਨਾ ਜਾਂ ਧਰਮ ਤੇ ਰਾਜਨੀਤੀ ਕਰਨਾ ਆਪੇ ਸਮਝ ਆ ਜਾਏਗੀ। ਔਰ ਇੱਕ ਅਸਲੀਅਤ ਹੈ ਕਿ ਸਰਕਾਰ ਕਾਮਯਾਬ ਹੋਈ ਹੈ। 1984 ਤੋਂ ਬਾਅਦ ਕਿਸੇ ਵੀ ਮੁੱਦੇ ਦੇ ਉੱਤੇ ਅਕਾਲ ਤਖਤ ਸਾਹਿਬ ਤੋਂ ਕੋਈ ਮੋਰਚਾ ਨਹੀਂ ਲੱਗਾ। ਉਹਦਾ ਕਾਰਨ ਹੈ ਕਿਉਂਕਿ ਜਿਹੜੇ ਰਾਜਨੀਤਿਕ ਦਲ ਜਿਹੜੇ ਕਿ ਧਰਮ ਨੂੰ ਵਰਤਣਾ ਚਾਹੁੰਦੇ ਆ ਰਾਜਨੀਤੀ ਲਈ, ਉਹਨਾਂ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਵੀ ਆਰਜ਼ੀ ਜਥੇਦਾਰ ਰੱਖਿਆ, ਐਕਟਿੰਗ ਜਥੇਦਾਰ ਹੈ। ਐਕਟਿੰਗ ਦਾ ਮਤਲਬ ਹੁੰਦਾ ਹੈ ਦਿਹਾੜੀਦਾਰ, ਜਿਸ ਤਰ੍ਹਾਂ ਕਿਸੇ ਨੂੰ ਰੱਖਿਆ ਜਦੋਂ ਮਰਜ਼ੀ ਉਸਨੂੰ ਲਾਂਭੇ ਕਰ ਦਿੱਤਾ ਜਾਏ, ਕੁਝ ਨਾ ਹੋਏ। ਇਹਦਾ ਮਤਲਬ ਉਹ ਜਿਹੜਾ ਜਥੇਦਾਰ ਹੋਏਗਾ ਉਹਦਾ ਰੁਤਬਾ ਇਹ ਹੋਏਗਾ, ਜੇ ਚੰਗਾ ਕੰਮ ਕਰੇਗਾ ਤਾਂ ਵੀ ਉਹਦੀ ਮਿਆਦ ਬੜੀ ਥੋੜੀ ਹੈ, ਹਟਾਤਾ ਜਾਏਗਾ, ਮਾੜਾ ਕਰੇਗਾ ਤੇ ਹਟਾਤਾ ਜਾਏਗਾ। ਚੰਗੇ ਮਾੜੇ ਦਾ ਮਤਲਬ ਇਹ ਹੈ ਕਿ ਜਿਹੜੇ ਰਾਜਨੀਤਿਕ ਬੰਦੇ ਜਿਹੜੇ ਉਹਨਾਂ ਨੂੰ ਜਿਨ੍ਹਾਂ ਨੇ ਉਹਨਾਂ ਨੂੰ ਐਕਟਿੰਗ ਬਣਾਇਆ। ਸੋ ਇਸ ਕਰਕੇ ਇਹ ਧਰਮ ਤੇ ਰਾਜਨੀਤੀ ਜਿਹੜੀ ਹੈ ਸ਼ੁਰੂ ਤੋਂ ਰਹੀ ਹੈ। ਕਿਹੜੀ ਚੀਜ਼ ਧਰਮ ਹੈ? ਗੁਰੂ ਸਾਹਿਬ ਦਾ ਬਾਜ਼ ਰੱਖਣਾ, ਘੋੜੇ ਰੱਖਣੇ, ਹਲਾਲ ਮਨਾ ਕਰਨਾ, ਉਹਨਾਂ ਦੇ ਕੁੱਠਾ ਮਨਾ ਕਰਨਾ, ਉਹਨਾਂ ਦੀਆਂ ਦੂਜਿਆਂ ਲਈ ਕੁਰਬਾਨੀ ਦੇ ਦੇਣੀ ਗੁਰੂ ਤੇਗ ਬਹਾਦਰ ਜੀ ਦੀ, ਇਹ ਧਰਮ ਸੀ ਕਿ ਰਾਜਨੀਤੀ ਸੀ? ਇਹਨੂੰ ਸਮਝਣਾ ਜਿਹੜਾ ਉਸ ਚੌਕਠੇ ਸਮਝਿਆ ਜਾ ਸਕਦਾ। ਲਾਂਬਾ ਸਾਹਿਬ, ਇੱਥੇ ਇੱਕ ਹੋਰ ਜਿਹੜਾ ਜਥੇਦਾਰ ਸਾਹਿਬ ਨੇ ਕੱਲ ਅਪੀਲ ਕੀਤੀ, ਉਹ ਕਿਹਾ ਵੀ ਸਾਰੇ ਅਕਾਲੀ ਦਲ, ਸ਼ਾਇਦ ਉਹਨਾਂ ਦਾ ਮਤਲਬ ਸੀ ਵੀ ਅਲੱਗ-ਅਲੱਗ ਜਿਹੜੇ ਅਕਾਲੀ ਦਲ ਨੇ, ਅਕਾਲੀ ਦਲ ਦੇ ਵੱਖ-ਵੱਖ ਧੜੇ ਨੇ, ਉਹ ਇਕੱਠੇ ਹੋਣ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਓਟ ਦੇ ਵਿੱਚ ਬੈਠ ਕੇ ਅੱਗੇ ਦੀ ਰਾਹ ਜਾਂ ਅੱਗੇ ਦਾ ਵਿਚਾਰ ਕੀਤਾ ਜਾਏ। ਪੰਥਕ ਕ੍ਰਾਈਸਿਸ ਤੇ ਇਸ ਨੂੰ ਡਿਕਲੇਅਰ ਕਰਤਾ ਗਿਆ। ਅਕਾਲੀ ਦਲ ਦਾ ਖਾਤਮਾ ਸ਼ਬਦ 2 ਵਾਰ ਵਰਤਿਆ ਗਿਆ ਵੀ ਅਕਾਲੀ ਦਲ ਦਾ ਖਾਤਮਾ ਹੋ ਗਿਆ ਤੇ ਸਾਰੇ ਸਪਲਿੰਟਰ ਅਕਾਲੀ ਦਲ ਜਾਂ ਅਕਾਲੀ ਦਲਾਂ ਦੇ ਧੜੇ ਇਕੱਠੇ ਹੋ ਜਾਣ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਕੋਰਟ ਵਿੱਚ ਬੈਠ ਕੇ ਅੱਗੇ ਦੀ ਸੇਧ ਲਈ ਜਾਵੇ। ਇਹ ਗੱਲਬਾਤ ਨੂੰ ਤੁਸੀਂ ਕਿਵੇਂ ਲੈਂਦੇ ਹੋ? ਗੱਲ ਇਹ ਹੈਗੀ ਹੈ ਕਿ ਅਕਾਲੀ ਦਲ ਦੇ ਸਾਰੇ ਧੜੇ ਇਕੱਠੇ ਹੋ ਜਾਣ, ਇਹ ਸਿੰਘ ਸਾਹਿਬ ਦਾ ਜਿਹੜਾ ਬਿਆਨ ਹੈਗਾ, ਇਹਨੂੰ ਥੋੜਾ ਜਿਹਾ ਇਸ ਤਰ੍ਹਾਂ ਸਮਝਣਾ ਪਏਗਾ ਰਿਤੇਸ਼ ਜੀ ਕਿ ਅਕਾਲੀ ਦਲ 1920 ਚ ਬਣਿਆ। ਮੈਂ ਬਹੁਤ ਸੰਖੇਪ ਵਿੱਚ 1966 ਤੱਕ ਸ਼੍ਰੋਮਣੀ ਅਕਾਲੀ ਦਲ ਚੱਲਦਾ ਰਿਹਾ। 1920 ਤੋਂ 66 ਤੱਕ ਅਕਾਲੀ ਦਲ ਕੁੱਟ ਖਾਂਦਾ ਰਿਹਾ, ਅਕਾਲੀ ਕੁੱਟ ਖਾਂਦੇ ਰਹੇ ਹੈ, ਲੀਡਰ ਵੀ ਕੁੱਟ ਖਾਂਦੇ ਰਹੇ ਹੈ ਔਰ ਵਰਕਰ ਵੀ ਕੁੱਟ ਖਾਂਦੇ ਰਹੇ ਹੈ। ਉਹ ਹੁੰਦਾ ਰਿਹਾ। ਸਰਕਾਰ, ਅੰਗਰੇਜ਼ਾਂ ਦੀ ਸਰਕਾਰ ਅਕਾਲੀ ਦਲ ਨੂੰ ਨਹੀਂ ਖਤਮ ਕਰ ਸਕੀ। 1947 ਤੋਂ ਬਾਅਦ 1966 ਤੱਕ ਕਾਂਗਰਸ ਸਰਕਾਰ ਵੀ ਅਕਾਲੀ ਦਲ ਨੂੰ ਨਹੀਂ ਖਤਮ ਕਰ ਸਕੀ, ਮਗਰ 1966 ਵਿੱਚ ਉਹਨਾਂ ਨੇ ਅਕਾਲੀ ਦਲ ਨੂੰ ਖਤਮ ਕੀਤਾ। ਅਕਾਲੀ ਦਲ ਦੇ ਵਿੱਚ ਦੋ ਫਾੜ ਪਾ ਕੇ ਇੱਕ ਧੜੇ ਨੂੰ ਸਰਕਾਰੀ ਸ਼ਹਿ ਦੇ ਕੇ ਉਹਨਾਂ ਨੇ ਅਕਾਲੀ ਦਲ ਜਿਹੜਾ ਸੀ ਦੋ ਫਾੜ ਕਰ ਦਿੱਤਾ। ਉਹ ਜਦੋਂ ਦੋ ਫਾੜ ਹੋਇਆ, ਸਰਦਾਰ ਕਪੂਰ ਸਿੰਘ, ਮਾਸਟਰ ਤਾਰਾ ਸਿੰਘ, ਹਰਗੁਰਨਾਥ ਸਿੰਘ, ਉਹ ਸਾਰੇ ਜਿਹੜੇ ਸੀਗੇ ਉਹ ਜਦੋਂ ਵੱਖ ਹੁੰਦੇ ਹੈ, ਉਹ ਸਿੱਖ ਹੋਮਲੈਂਡ ਦਾ ਨਾਰਾ ਮਾਰਦੇ ਹੈ। ਇਧਰੋਂ ਜਿਹੜਾ ਹੈਗਾ ਉਹ ਸੈਕੂਲਰ ਅਕਾਲੀ ਦਲ ਬਣਦਾ ਜਦੋਂ ਉਹਨਾਂ ਨੂੰ ਆਂਦਾ ਹੈ, ਉਹ 1966 ਵਿੱਚ ਵਰਚੁਅਲੀ ਖਤਮ ਹੋ ਜਾਂਦਾ ਹੈ ਤੇ 1976 ਜਿਵੇਂ ਮਹਾਰਾਜਾ ਰਣਜੀਤ ਸਿੰਘ ਦੀ ਕਹਿੰਦੇ ਕਿ ਮੜੀ 10 ਸਾਲ ਰਾਜ ਕਰਦੀ ਰਹੀ ਹੈ,
1966 ਤੋਂ ਬਾਅਦ 1976 ਦੇ ਵਿੱਚ ਆ ਕੇ ਸ਼੍ਰੋਮਣੀ ਅਕਾਲੀ ਦਲ 1920 ਵਾਲੇ ਦਾ ਬਕਾਇਦਾ ਭੋਗ ਪਾ ਦਿੱਤਾ ਜਾਂਦਾ ਹੈ। ਉਹ ਜਿਹੜਾ ਇੱਕ ਪੰਥਕ ਪਾਰਟੀ ਬਣ ਜਾਂਦਾ ਹੈ। ਉਹਦੇ ਬਾਅਦ ਪੰਥ ਸਿੱਖੀ ਹੋਰ ਜਿਹੜੇ ਮੁੱਦੇ ਹੈਗੇ ਆ ਉਹ ਸਾਰੇ ਦੇ ਸਾਰੇ ਦਰਕਨਾਰ ਹੋ ਜਾਂਦੇ ਆ। ਉਹਦੇ ਬਾਅਦ ਨਾ ਦੀਦਾਰੀ ਤੌਰ ਤੇ, ਨਾ ਗੁਫਤਾਰੀ ਤੇ, ਨਾ ਕਿਰਦਾਰੀ ਤੌਰ ਦੇ ਉੱਤੇ ਅਕਾਲੀ ਦਲ ਵਰਚੁਅਲੀ 1976 ਵਿੱਚ ਖਤਮ ਹੋ ਚੁੱਕਾ ਹੈ। ਹੁਣ ਸਿੰਘ ਸਾਹਿਬ ਜੋ ਕਹਿੰਦੇ ਆ ਕਿ ਅਕਾਲੀ ਦਲ ਦੇ ਸਾਰੇ ਧੜੇ ਇਕੱਠੇ ਹੋ ਜਾਣ, ਕਿਹੜੇ ਅਕਾਲੀ ਦਲ ਦੀ ਗੱਲ ਕਰਦੇ ਹੋ? ਕਿਹੜੇ ਅਕਾਲੀ ਦਲ ਦੀ ਕਹਿ ਰਹੇ ਹੋ? ਹਾਂ, ਉਹਨਾਂ ਦਾ ਇਹ ਬਹੁਤ ਇੱਕ ਹੋਰ ਇਸ ਦਾ ਇੱਕ ਹਾਂ ਪੱਖੀ ਵੀ ਹੈ ਕਿ ਅਕਾਲੀ ਦਲ ਦੇ 1920 ਦੀ ਜਿਹੜਾ ਅਕਾਲੀ ਦਲ ਸੀ ਉਹ ਅਕਾਲ ਤਖਤ ਤੋਂ ਬਣਿਆ ਸੀ, ਉਹਦੀ ਸੋਚ ਨੂੰ ਦੁਬਾਰਾ ਕਰਨਾ। ਉਹ ਸੋਚ ਕਿਹੜੀ ਸੀ? ਉਹ ਸੋਚ ਕੀ ਹੈਗੀ ਹੈ? ਉਹ ਸੋਚ ਉਹ ਸੀ ਕਿ ਤੁਸੀਂ ਅਸੀਂ ਜਿਹੜੇ ਸਿੱਖ ਆਂਦੇ ਸੀ, ਅਕਾਲੀ ਬਣਦਾ ਸੀ, ਉਹ ਕੀ ਪੜ੍ਹਦੇ ਸੀ? ਸੁਣੋ ਖਾਲਸਾ ਜੀ, ਸਾਡੇ ਕੂਚ ਡੇਰੇ, ਅਸੀਂ ਆਖਰੀ ਫਤਿਹ ਗਜਾ ਚੱਲੇ, ਪਾਓ ਬੀ ਤੇ ਸਾਂਭ ਕੇ ਫਸਲ ਵੱਢੋ, ਅਸੀਂ ਡੋਲ ਕੇ ਰੱਤ ਪਿਆ ਚੱਲੇ, ਤੁਸਾਂ ਆਪਣੀ ਅਕਲ ਦਾ ਕੰਮ ਲੈਣਾ, ਅਸੀਂ ਆਪਣੀ ਤੋੜ ਨਿਭਾ ਚੱਲੇ, ਬੇੜਾ ਜ਼ੁਲਮ ਦਾ ਅੰਤ ਨੂੰ ਗਰਕ ਹੋ ਸੀ, ਹੰਝੂ ਖੂਨ ਦੇ ਅਸੀਂ ਵਹਾ ਚੱਲੇ। ਉਹ ਸੋਚ ਸੀ। ਉਹ ਸੋਚ ਕੀ ਸੀ? ਇੱਕ ਅਕਾਲ ਪੁਰਖ ਦੇ ਸਿਵਾ ਕਿਸੇ ਹੋਰ ਨੂੰ ਨਹੀਂ ਮੱਥਾ ਟੇਕਣਾ, ਕਿਸੇ ਹੋਰ ਮੜੀ ਮਸਾਣ ਕਿਧਰੇ ਹੋਰ ਮੱਥਾ ਨਹੀਂ ਟੇਕਣਾ। ਇਹ ਅਕਾਲੀ ਸਿੱਖ ਹੁੰਦਾ ਸੀ, ਅਕਾਲ ਪੁਰਖ ਨੂੰ ਮੰਨਣ ਵਾਲਾ। ਜੇਕਰ ਗੁਰੂ ਗੋਬਿੰਦ ਸਿੰਘ ਸਾਹਿਬ ਵੀ ਦਾਦੂ ਦੀ ਕਬਰ ਨੂੰ ਸਲਾਮ ਕਰਦੇ ਆ, ਸਿੱਖ ਉਹਨਾਂ ਦੇ ਘੋੜੇ ਦੀ ਬਾਗ ਫੜ ਲੈਂਦੇ ਆ। ਤੇ ਉਸ ਦੇ ਬਾਅਦ ਜਿਹੜਾ ਅਕਾਲੀ ਅਖਵਾਏ ਉਹ ਫਿਰ ਇਹ ਸਾਰੇ ਕੰਮ ਕਰੀ ਜਾਏ। ਉਹ ਕਿਹੜੀ ਸੋਚ ਹੈ? ਉਹ ਸੋਚ ਜਿਹੜੀ ਸੀ, ਜੇ ਤੇ ਉਸ ਸੋਚ ਨੂੰ ਇਹਨਾਂ ਨੇ ਕਾਇਮ ਕਰਨਾ, ਫਿਰ ਇਹਨਾਂ ਦੇ ਵਿੱਚੋਂ ਕਿਹੜਾ ਨਜ਼ਰ ਆਏਗਾ? ਇਹਨਾਂ ਨੂੰ ਖੁਦ ਕਲੈਰਿਟੀ ਚਾਹੀਦੀ ਹੈ ਜੋ ਸੋਚ ਨੂੰ ਕਾਇਮ ਕਰਨਾ। ਤੁਸੀਂ ਕਹਿਣ ਦੀ ਗੱਲ ਕਰ ਰਹੇ ਹੋ, ਲੇਕਿਨ ਵੱਡੀ ਗੱਲ ਹੈ ਵੀ ਜੇ ਤੁਸੀਂ ਉਸ ਅਕਾਲੀ ਦਲ ਨੂੰ ਮੁੜ ਸੁਰਜੀਤ ਕਰਨ ਦੀ ਅੱਜ ਗੱਲ ਕਰ ਰਹੇ ਹੋ, ਜੋ ਕਿ ਤੁਸੀਂ ਸ਼ਾਇਦ ਨਹੀਂ ਕਰ ਰਹੇ ਹੋ, ਤਾਂ ਫਿਰ ਤੁਸੀਂ ਉਹ ਵਾਲੇ ਅਕਾਲੀ ਦਲ ਜਾਂ ਅਕਾਲੀ ਪਾਰਟੀਆਂ ਦੀ ਗੱਲ ਨਾ ਕਰੋ ਜਿਹੜੇ ਕਿ ਇਲੈਕਸ਼ਨ ਕਮਿਸ਼ਨ ਕੋਲ ਆਪਣੇ ਸੈਕੂਲਰ ਕ੍ਰੈਡੈਂਸ਼ੀਅਲਸ ਕਰਕੇ ਰਜਿਸਟਰ ਹੋਈ ਬੈਠੇ ਨੇ, ਤੇ ਗੁਰਦੁਆਰਾ ਜਦੋਂ ਇਲੈਕਸ਼ਨ ਉਹਨਾਂ ਨੇ ਲੜਨੇ ਹੁੰਦੇ ਨੇ ਤਾਂ ਇੱਕ ਪੰਥਕ ਤੇ ਸਿੱਖ ਪਾਰਟੀ ਬਣ ਜਾਂਦੇ ਨੇ। ਇਹ ਦੋਹਰਾ ਸੰਵਿਧਾਨ ਦਾ ਕੇਸ ਵੀ ਚੱਲਦਾ, ਇੱਕ ਮੁਕੱਦਮੇ ਚੱਲਦੇ ਨੇ, ਸੰਮਨ ਨੂੰ ਹੁਸ਼ਿਆਰਪੁਰ ਅਦਾਲਤ ਨੇ ਦਿੱਤੇ ਨੇ, ਦਿੱਲੀ ਦੇ ਵਿੱਚ ਵੀ ਚੱਲਦੇ ਪਏ ਨੇ। ਸੋ ਉਹ ਜਿਹੜੀ ਕੰਟਰਾਡਿਕਸ਼ਨ ਹੈ ਉਹਨੂੰ ਤਾਂ ਪਹਿਲਾਂ ਦੂਰ ਕਰ ਲਿਆ ਜਾਏ। ਇਹੀ ਗੱਲ ਹੈ। ਗੱਲ ਤੇ ਤੁਸੀਂ ਉਹਦੇ ਸਵਾਲ ਦੇ ਵਿੱਚ ਹੀ ਜਵਾਬ ਵੀ ਹੈਗਾ। ਸਵਾਲ ਇਹ ਹੈਗਾ ਕਿ ਇਹ ਦੁਬਦਾ ਜਦੋਂ ਤਾਂ ਗੁਰਦੁਆਰੇ ਦੀ ਇਲੈਕਸ਼ਨ ਆਉਂਦੀ ਹੈ ਉਹ ਪੰਥ ਦਾ ਝੰਡਾ ਚੁੱਕ ਲੈਂਦੇ ਆ, ਜਦੋਂ ਦੂਜੀ ਲੜਨੀ ਹੁੰਦੀ ਹੈ ਉਹ ਸੈਕੂਲਰਿਜ਼ਮ ਦਾ ਝੰਡਾ ਚੁੱਕ ਲੈਂਦੇ ਆ। ਇਹ ਤਾਂ ਬਿਲਕੁਲ ਮੈਨੂੰ ਇੱਕ ਯਾਦ ਆਉਂਦੀ ਹੈ ਕਿ ਇਹ ਇਤਿਹਾਸਕ ਤੱਥ ਹੈ। ਅੱਜ ਵੀ ਪਟਿਆਲੇ ਦੇ ਵਿੱਚ ਜਿਹੜਾ ਕਿਲ੍ਹਾ ਮੁਬਾਰਕ ਹੈ ਉਹਦੇ ਵਿੱਚ 2 ਫਲੈਗ ਪੋਸਟ ਲੱਗੇ ਹੈ। ਜਦੋਂ ਅਹਿਮਦ ਸ਼ਾਹ ਅਬਦਾਲੀ ਹਮਲਾ ਕਰਦਾ ਸੀ ਉੱਥੇ ਹੈਦਰੀ ਝੰਡਾ ਲਹਿਰਾ ਦਿੱਤਾ ਜਾਂਦਾ ਸੀ, ਜਦੋਂ ਸਿੱਖਾਂ ਦਾ ਹਮਲਾ ਹੁੰਦਾ ਸੀ ਤਾਂ ਉਹ ਫਿਰ ਉਹਦੇ ਚ ਨਿਸ਼ਾਨ ਸਾਹਿਬ ਲਹਿਰਾ ਦਿੱਤਾ ਜਾਂਦਾ ਸੀਗਾ। ਸੋ ਇਹ ਜਿਹੜੀ ਦੁਬਿਧਾ ਹੈ, ਜੇ ਤਾਂ ਹਾਂ, ਇਹਦਾ ਹੱਲ ਵੀ ਇਹਦੇ ਵਿੱਚ ਹੀ ਹੈ। ਇਹਦਾ ਹੱਲ ਹੈ ਜਿਹੜਾ ਇਹਨਾਂ ਨੂੰ ਅੱਜ ਨਹੀਂ ਤੇ ਕੱਲ ਵੀ ਕਰਨਾ ਪੈਣਾ। ਬੀਜੇਪੀ ਨੇ, RSS ਨੇ, ਜਿਹੜੀਆਂ ਉਹ ਪਾਰਟੀ ਉਹਨਾਂ ਨੇ ਇਹਦਾ ਹੱਲ ਲੱਭ ਲਿਆ। ਉਹਨਾਂ ਨੇ ਇਹ ਕੀਤਾ ਹੈ ਕਿ ਜਿਹੜੀ ਤੇ ਆਈਡੀਓਲੌਗ ਹੈ ਉਹ ਉਹਨਾਂ ਨੇ RSS ਰੱਖ ਲਿਆ, ਔਰ ਜਿਹੜੀ ਇਲੈਕਟਰਲ ਪ੍ਰੋਸੈਸ ਹੈ, ਹਿੰਦੂਤਵ ਦੀ ਗੱਲ ਕਰੇ, ਹਿੰਦੂ ਰਾਜ ਦੀ ਗੱਲ ਕਰੇ, ਮਿਨੋਰਿਟੀਜ਼ ਖਤਮ ਕਰਨ ਦੀ ਗੱਲ ਕਰੇ, ਜੋ ਮਰਜ਼ੀ ਕਰੇ, ਉਹਦੇ ਚ ਕੋਈ ਉਹਨਾਂ ਨੂੰ ਕੰਟਰਡਿਕਸ਼ਨ ਨਹੀਂ ਹੈ, ਦੁਬਿਧਾ ਨਹੀਂ ਹੈਗੀ। ਮਗਰ ਦੂਜੇ ਪਾਸੇ ਜਦੋਂ ਉਹਨਾਂ ਨੇ ਚੋਣਾਂ ਲੜਨੀਆਂ ਫਿਰ ਉਹ ਸੈਕੂਲਰਿਜ਼ਮ ਵੀ ਹੈ, ਸਾਰਾ ਕੁਝ ਹੈ, ਹਰ ਚੀਜ਼ ਹੈ, ਸੰਵਿਧਾਨ ਵੀ ਹੈ, ਉਹ ਦੋਨੋਂ ਜਿਹੜੀਆਂ ਉਹ ਵੱਖਰੀ ਹੈ। ਅਗਰ ਇਹਨਾਂ ਨੂੰ ਕਰਨਾ ਹੈ ਕਿ ਇਸੇ ਕਰਕੇ ਤੁਹਾਨੂੰ ਯਾਦ ਹੋਏਗਾ ਵੇਦਾਂਤੀ ਜੀ ਨੇ ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਘਵਾਣਾ ਨਹੀਂ ਸੀ ਚਾਹੁੰਦੇ, ਉਹਨਾਂ ਨੇ ਵੀ ਬਲਕਿ ਇੱਕ ਬਿਆਨ ਦਿੱਤਾ ਸੀ ਔਰ ਇੰਟਰਵਿਊ ਚ ਦਿੱਤਾ ਸੀ ਸੰਤ ਭਾਈ ਨੂੰ ਕਿ ਅਕਾਲੀ ਦਲ ਜੇਕਰ ਆਪਣਾ ਧਾਰਮਿਕ ਪੱਖ ਛੱਡ ਚੁੱਕਾ ਹੈ, ਇਹਨੂੰ ਅਕਾਲੀ ਲਫ਼ਜ਼ ਲਿਖਣ ਦੀ ਲੋੜ ਨਹੀਂ। ਜੇਕਰ ਅਗਰ ਇਹ ਧਾਰਮਿਕ ਨਹੀਂ ਹੈਗਾ ਫਿਰ ਇਹਨੂੰ ਅਕਾਲੀ ਨਹੀਂ ਲਿਖਣਾ ਚਾਹੀਦਾ। ਇਹ ਅਗਰ ਪ੍ਰੋਸੈਸ ਨਹੀਂ ਕਰਦੇ ਹੈਗੇ ਫਿਰ ਇਹਦੇ ਵਿੱਚ ਇਹਨਾਂ ਨੂੰ ਇਹ ਹਮੇਸ਼ਾ ਦੁਬਿਧਾ ਰਹੇਗੀ। ਇਹ ਇਧਰੋਂ ਵੀ ਔਰ ਦੂਜੇ ਪਾਸੋਂ ਵੀ, ਇਹ ਦੋਨੋਂ ਪਾਸਿਓਂ ਇਹ ਦੁਬਿਧਾ ਜਿਹੜੀ ਹੈ, ਔਰ ਉਹਦੇ ਕਰਕੇ ਕਦੀ ਸਿਵਲ ਸੂਟ ਤੇ ਕ੍ਰਿਮੀਨਲ ਕੇਸਿਸ ਜਿਹੜੇ ਹੈ ਔਰ ਲੋਕਾਂ ਵਿੱਚ ਵੀ ਦੁਬਿਧਾ ਹੋਏਗੀ। ਹੁਣ ਜੇਕਰ ਅਕਾਲੀ ਜਦੋਂ ਅਕਾਲੀ ਸੋਚਦਾ ਹੈ, ਅਕਾਲ ਤਖਤ ਨੂੰ ਸੋਚਦਾ ਹੈ, ਅਕਾਲ ਤਖਤ ਦੇ ਜਥੇਦਾਰ ਨੂੰ ਸੋਚਦਾ ਹੈ, ਤਾਂ ਉਹ ਫਿਰ ਅਕਾਲ ਤਖਤ ਸਾਹਿਬ ਦੇ ਉੱਤੇ ਗੁਰੂ ਹਰਗੋਬਿੰਦ ਸਾਹਿਬ ਦਾ ਸਰੂਪ ਸੋਚਦਾ ਹੈ। ਜੇ ਅਕਾਲੀ ਸੋਚਦਾ ਹੈ ਉਹ ਬਾਬਾ ਦੀਪ ਸਿੰਘ, ਬਾਬਾ ਅਕਾਲੀ ਫੂਲਾ ਸਿੰਘ ਨੂੰ ਸੋਚਦਾ ਹੈ। ਤੇ ਜੇ ਉੱਥੇ ਨਜ਼ਰ ਆ ਜਾਏ ਕਿ ਉਹ ਐਸਾ ਸਰੂਪ ਨਜ਼ਰ ਆਉਂਦਾ ਜਿਹੜਾ ਕਿਸੇ ਬਲਕਿ ਜਿਹਨੂੰ ਸੋਚ ਵੀ ਨਹੀਂ ਸਕਦਾ, ਇਹ ਫਿਰ ਇੱਕ ਕਿਸਮ ਦੀ
ਉਹ ਕੌਮ ਨਾਲ ਵੀ ਧੋਖਾ ਹੈ, ਅਕਾਲੀਆਂ ਨਾਲ ਵੀ ਧੋਖਾ ਹੈ ਤੇ ਪੰਥ ਨਾਲ ਵੀ ਧੋਖਾ। ਲਾਵਾ ਸਾਹਿਬ, ਮੇਰੇ ਕੋਲ ਸਮਾਂ ਬਹੁਤ ਸੀਮਿਤ ਹੈ ਤੇ ਮੈਂ ਜਾਂਦੇ ਜਾਂਦੇ ਤੁਹਾਡੇ ਤੋਂ ਇਹ ਜ਼ਰੂਰ ਜਾਨਣਾ ਚਾਹਾਂਗਾ ਤਾਂ ਫਿਰ ਹੁਣ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਹੁਣ ਕਰਨ ਕੀ? ਕਿਉਂਕਿ ਇੱਕ ਪਾਸੇ ਤਾਂ ਜਥੇਦਾਰ ਸਾਹਿਬ ਕੁਝ ਹੋਰ ਹੀ ਕੌਮ ਦੇ ਨਾਲ ਸੁਨੇਹਾ ਦੇ ਰਹੇ ਨੇ, ਜੋ ਤੁਸੀਂ ਗੱਲ ਕਰ ਰਹੇ ਹੋ, ਜੋ ਮੈਨੂੰ ਸਮਝ ਆ ਰਹੀ ਹੈ, ਜੋ ਜ਼ਿਆਦਾਤਰ ਲੋਕ ਸਮਝਦੇ ਨੇ ਵੀ ਠੀਕ ਹੈ, ਲੋਕਾਂ ਦੇ ਕ੍ਰਿਟੀਕਲ ਕਮੈਂਟਸ ਹੋ ਸਕਦੇ ਨੇ ਅਕਾਲੀ ਦਲ ਬਾਰੇ, ਲੇਕਿਨ ਇਹ ਹਾਲਾਤ ਦੇ ਵਿੱਚ ਉਸ ਸਿਆਸੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਹੁਣ ਕੀ ਕਰਨ ਦੀ ਲੋੜ ਹੈ? ਉਹ ਕਿੱਧਰ ਜਾਣ? ਇਸ ਸਿਆਸੀ ਸੰਕਟ ਨੂੰ ਉਹ ਇੱਕ ਸਿਆਸੀ ਜਮਾਤ ਬਣ ਕੇ ਹੈਂਡਲ ਕਰਨ ਜਾਂ ਇੱਕ ਪੰਥਕ ਜਥੇਬੰਦੀ ਬਣ ਕੇ? ਬਹੁਤ ਸਪਸ਼ਟ ਹੈ ਜੀ ਕਿ ਜੇਕਰ ਅਗਰ ਤੁਸੀਂ ਇੰਪਾਰਸ਼ੀਅਲ ਔਰ ਬੜੀ ਸਪਸ਼ਟ ਹੈ ਤੇ ਮੈਨੂੰ ਯਾਦ ਆਉਂਦਾ ਹੈ ਕਿ ਜਨਰਲ ਮਾਨਕ ਸ਼ਾਹ, ਜਦੋਂ ਫੀਲਡ ਮਾਰਸ਼ਲ ਜਨਰਲ ਮਾਨਕ ਸ਼ਾਹ ਸੀ ਉਸ ਵੇਲੇ, ਫੀਲਡ ਮਾਰਸ਼ਲ ਮਾਨਕ ਸ਼ਾਹ, ਉਹਨੂੰ ਪੁੱਛਿਆ ਸੀ ਕਿ ਲੜੀਆਂ ਤੇ ਤੇਰੀਆਂ ਫੌਜਾਂ ਸੀ ਤੇ ਤੈਨੂੰ ਐਵਾਰਡ ਤੈਨੂੰ ਕਾਹਦਾ ਦੇ ਦਿੱਤਾ ਗਿਆ, ਤੁਹਾਨੂੰ ਕਿਸ ਚੀਜ਼ ਦਾ ਮਿਲਿਆ? ਉਹਨੇ ਜਵਾਬ ਦਿੱਤਾ ਸੀ, ਕਹਿੰਦਾ ਕਿ ਮੈਂ ਇਸ ਲੜਾਈ 'ਚ ਡਰਿਆ ਨਹੀਂ। ਉਹ ਕਹਿੰਦੇ ਉਹ ਤੇ ਚਲੋ ਠੀਕ ਹੈ, ਤੂੰ ਨਹੀਂ ਡਰਿਆ, ਇਹਦਾ ਮਤਲਬ ਬੜੀ ਬਹਾਦਰੀ ਕੀਤੀ, ਤੂੰ ਡਰਿਆ ਨਹੀਂ, ਪਰ ਤੈਨੂੰ ਐਵਾਰਡ ਕਿਉਂ ਮਿਲਿਆ? ਲੜੀਆਂ ਤੇਰੀਆਂ ਫੌਜਾਂ। ਉਹ ਕਹਿਣ ਲੱਗਾ ਤੇ ਯਾਹੀਆ ਖਾਂ ਕਿਹੜਾ ਖੁਦ ਲੜਿਆ ਸੀ, ਉਹਨੂੰ ਰਗੜੀ ਦਿੱਤਾ। ਸਵਾਲ ਹੈ ਕਿ ਜੇਕਰ ਫਖਰੇ ਕੌਮ ਅਖਵਾਣਾ, ਉਹ ਐਵਾਰਡ ਲੈਣਾ, ਉਹ ਵੀ ਲੀਡਰ ਨੂੰ ਮਿਲੇਗਾ, ਤੇ ਜੇ ਦੂਜੇ ਪਾਸੇ ਜਵਾਬਦੇਹੀ ਹੋਣੀ ਹੈ ਉਹ ਵੀ ਉਸੇ ਨੂੰ ਮਿਲਣੀ ਪੈਣੀ ਹੈ। ਸਭ ਤੋਂ ਪਹਿਲਾਂ ਤੇ ਇਹਦਾ ਐਨਾਲਿਸਿਸ ਹੋਏਗਾ ਕਿ ਤੁਸੀਂ ਖੱਟਿਆ ਕੀ, ਗਵਾਇਆ ਕੀ। ਮਗਰ ਇੱਕ ਗੱਲ ਮੈਂ ਕਹਿ ਸਕਦਾ, ਅੱਜ ਮੈਂ ਕਹਿ ਸਕਦਾ ਬੜੀ ਖੁੱਲ ਕੇ, ਕਿ ਜਿਹੜੀ 1966 ਤੋਂ ਲੈ ਕੇ ਅੱਜ ਤੱਕ ਜਿੰਨੇ ਮਤੇ ਪਾਸ ਕੀਤੇ ਹੈ ਅਕਾਲੀ ਦਲ ਨੇ, ਜਿਹੜੇ ਮਤੇ ਪਾਸ ਕੀਤੇ ਹੈ ਕਿ ਕੋਈ ਪਤਤ ਜਿਹੜਾ ਕਿਸੇ ਸਿੱਖ ਇੰਸਟੀਟਿਊਸ਼ਨ ਦਾ ਮੈਂਬਰ ਨਹੀਂ ਬਣ ਸਕਦਾ, ਇਹ ਉਹਨਾਂ ਦੇ ਮਤੇ ਹੈ। ਉਹਦੇ ਵਿੱਚ ਹੈਗਾ ਕਿ ਜਿਹੜੀ ਫੌਜ ਦੇ ਵਿੱਚ ਕਿਰਪਾਨ ਹੋਣੀ ਚਾਹੀਦੀ ਹੈ, ਇਹ ਮਤੇ ਹੈ। ਮਗਰ ਜਦੋਂ ਰਾਜ ਆਂਦਾ ਤੇ ਆਪਣੇ ਜਿਹੜੇ ਸਿੱਖ ਪੁਲਿਸ ਵਾਲੇ, ਉਹਨਾਂ ਦੀਆਂ ਵੀ ਦਸਤਾਰਾਂ ਉਤਰਵਾ ਕੇ ਤੇ ਪਟਕੇ ਰਖਾ ਦਿੱਤੇ ਜਾਂਦੇ ਆ। ਜਿੰਨੇ ਮਤੇ ਪਾਸ ਕੀਤੇ ਹੈ ਕਿ ਸਾਡਾ ਰਾਜਸੀ ਨਿਸ਼ਾਨਾ ਕੀ ਹੈ, ਜਥੇਦਾਰ ਸਾਹਿਬ ਨੇ ਵੀ ਕਿਹਾ ਕਿ ਉਹਨਾਂ ਨੇ ਕਿਹਾ ਹੈਗਾ ਕਿ ਉਹ ਜਿਹੜਾ ਰਾਜਸੀ ਨਿਸ਼ਾਨਾ ਖਾਲਸਾ ਜੀ ਕੇ ਬੋਲਬਾਲੇ ਨੂੰ ਫਿਰ ਦੁਬਾਰਾ ਰਿਵਾਈਵ ਕਰਨਾ। ਅਕਾਲੀ ਦਲ ਦੇ ਅਨੰਦਪੁਰ ਦੇ ਮਤੇ ਦੇ ਵਿੱਚ ਸਪਸ਼ਟ ਲਿਖਿਆ ਹੈ ਕਿ ਸਾਡਾ ਪੰਥ ਦਾ ਰਾਜਸੀ ਨਿਸ਼ਾਨਾ ਹੈਗਾ, ਉਹ ਹੈਗਾ ਕਿ ਉਹਦੇ 'ਚ ਲਿਖਿਆ ਕਿ ਐਸੇ ਦੇਸ਼ ਕਾਲ ਵਿਧਾਨ ਦੀ ਘੜਨਾ ਜਿਹਦੇ ਵਿੱਚ ਖਾਲਸਾ ਜੀ ਕੇ ਬੋਲਬਾਲੇ ਸੁਰੱਖਿਅਤ ਹੋਣ। ਕੀ ਕਦੀ ਗੱਲ ਕੀਤੀ ਕਿਸੇ ਵੀ ਮੁੱਦੇ ਦੀ? ਕਿ ਜਿਹੜੀ ਧਾਰਾ 25 ਹੈ ਜਿਹਦੇ ਵਿੱਚ ਸਰਕਾਰ ਨੇ ਵੈਂਕਟਾਚਲਈਆ ਕਮਿਸ਼ਨ ਬਣਾਇਆ, ਸਰਕਾਰ ਨੇ ਅਪਰੂਵ ਕੀਤਾ, ਮਗਰ ਹੁੰਦਾ ਇਹੀ ਰਿਹਾ। ਮੈਂ ਫਿਰ ਕਹਿ ਰਿਹਾ ਕਿ ਜਦੋਂ ਅਕਾਲੀ ਦਲ ਦੇ ਵਿੱਚੋਂ ਜਦੋਂ ਮੰਗ ਉੱਠਦੀ ਹੈ, ਕਿਸੇ ਨੂੰ ਸਪੀਕਰ ਬਣਾ ਦਿੱਤਾ ਜਾਂਦਾ, ਹੁਕਮ ਸਿੰਘ ਜੀ ਨੂੰ, ਉਹਨਾਂ ਨੂੰ ਗਵਰਨਰ ਬਣਾਤਾ ਜਾਂਦਾ, ਕਿਸੇ ਨੂੰ ਕੇਂਦਰ 'ਚ ਮੰਤਰੀ ਬਣਾਤਾ ਜਾਂਦਾ। ਸਰਕਾਰ ਕੋਲ ਸਾਮ ਦਾਮ ਦੰਡ ਭੇਦ ਤਿੰਨੋਂ ਤਰੀਕੇ, ਚਾਰੋਂ ਤਰੀਕੇ ਹੈਗੇ ਆ, ਉਹ ਵਰਤਦੀ ਹੈ ਔਰ ਵਰਤੇਗੀ ਕਿਉਂਕਿ ਰਾਜਨੀਤੀ ਹੈ। ਮਗਰ ਆਮ ਲੋਕਾਂ ਨੂੰ ਇਹ ਇੰਪ੍ਰੈਸ਼ਨ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਜਿਵੇਂ ਕਿਹਾ ਜਾਂਦਾ ਹੈ, ਇਕਬਾਲ ਨੇ ਕਿਹਾ ਸੀਗਾ, ਅਲਾਮਾ ਇਕਬਾਲ ਨੇ, कि मुल्ला को जो है मस्जिद में जाने की इजाजत नादां ये समझता है कि इस्लाम है आजाद। सो ऐसा नहीं होना चाहिए कि जेकर मन बच कर्म करके, सवाल है कि जे तां पंथक पार्टी हैगी है, पंथ दा एजेंडा करना है, वो सरकार दे नाल मिल के तुसी नहीं कर सकते। ते जे अगर करना है, सरकार बन के तो बिल्कुल ही नहीं कर सकते ना। सरकार बनन दी भी तो चाहत है ना, सत्ता सरकार बन के फिर अपने नूं कुट जरूर सकते हो, ਉਸ ਮੁੱਦਿਆਂ ਨੂੰ ਕਨਫਿਊਜ਼ ਕਰ ਸਕਦੇ ਹੋ ਔਰ ਉਹ ਕਹਿ ਸਕਦੇ ਹੋ। ਜਿਵੇਂ ਮੈਂ ਹੁਣ ਇੱਕ ਹਵਾਲਾ ਦਿੰਨਾ, ਬੜਾ ਛੋਟਾ ਜਿਹਾ, ਹਾਲਾਂ ਡਾਇਰੈਕਟਲੀ ਨਹੀਂ ਹੈ, ਪਰ ਜਦੋਂ ਸਰਕਾਰਾਂ ਦੇ ਨਜ਼ਦੀਕ ਜਾਂਦੇ ਆ, ਜਦੋਂ ਨਨਕਾਣਾ ਸਾਹਿਬ ਦੇ ਵਿੱਚ ਇੱਕ ਜਥਾ ਗਿਆ ਪਾਲਕੀ ਲਿਜਾਣ ਦੀ, ਤੇ ਉਸ ਵੇਲੇ ਕਹਿ ਦਿੱਤਾ ਗਿਆ ਜੀ ਹੁਣ ਤਾਂ ਜਿਹੜੀ ਨਨਕਾਣਾ ਸਾਹਿਬ ਦੇ ਦਰਸ਼ਨਾਂ ਦੀ ਅਰਦਾਸ ਵੀ ਬੰਦ ਕਰ ਦਿਓ। ਫਿਰ ਕਦੀ ਉੱਥੋਂ ਦਿੱਲੀ ਤੋਂ ਆਵਾਜ਼ ਉੱਠਦੀ ਹੈ ਜੀ ਕਿ ਹੁਣ ਨਨਕਾਣਾ ਸਾਹਿਬ ਨੂੰ ਇੱਕ ਤਖਤ ਡਿਕਲੇਅਰ ਕਰ ਦਿਓ। ਅਸਲ ਵਿੱਚ ਜਦੋਂ ਰਾਜਨੀਤਿਕ ਬੰਦੇ ਧਰਮ ਦੇ ਉੱਤੇ ਆਣਗੇ, ਫਿਰ ਉਹਦਾ ਧਰਮ ਦਾ ਇਹੀ ਹਸ਼ਰ ਕਰਨਗੇ। ਜੀ ਚਲਿਏ ਲਾਂਬਾ ਸਾਹਿਬ, ਆਪਣਾ ਸੰਵਾਦ ਤਾਂ ਜਾਰੀ ਰਹੇਗਾ ਤੇ ਅੱਜ ਕਿਉਂਕਿ ਮੈਂ ਚਾਹੁੰਦਾ ਸੀ ਵੀ ਜ਼ਿਆਦਾ ਲੰਬੀ ਰਿਪੋਰਟ ਨਾ ਕਰੀਏ, ਲੇਕਿਨ ਅੱਜ ਤੁਸੀਂ ਕੁਝ ਆਪਣੀਆਂ ਜਿਹੜੀਆਂ ਇਨਸਾਈਟਸ ਨੇ ਉਹ ਇਸ ਕ੍ਰਿਟੀਕਲ ਵਿਸ਼ੇ ਉੱਤੇ ਦਿੱਤੀਆਂ ਨੇ, ਕਿਉਂਕਿ ਇਸ ਚੀਜ਼ ਨੂੰ ਸਾਰੇ ਇੰਟਰਪ੍ਰੇਟ ਕਰਨਾ ਚਾਹ ਰਹੇ ਨੇ, ਸਮਝਣਾ ਚਾਹ ਰਹੇ ਨੇ। ਹਾਲਾਂਕਿ ਕਈ ਵਾਰ ਆਪਾਂ ਜਥੇਦਾਰ ਸਾਹਿਬ ਦੀ ਗੱਲਬਾਤ ਨੂੰ ਬਹੁਤ ਹੀ ਕ੍ਰਿਟੀਕਲੀ ਲੈ ਜਾਂਦੇ ਹਾਂ, ਲੇਕਿਨ ਇਸ ਦਾ ਇੱਕ ਜਿਹਨੂੰ ਕਹਿ ਸਕਦੇ ਵੀ ਬੌਧਿਕ ਜਾਂ ਇੰਟੈਲੈਕਚੁਅਲ ਅੰਡਰਸਟੈਂਡਿੰਗ ਇਸ ਦੀ ਬਹੁਤ ਜ਼ਰੂਰੀ ਹੈ। ਤੇ ਇਤਿਹਾਸਿਕ ਪੱਖੋਂ ਅਕਾਲੀ ਦਲ ਖੜਦਾ ਕਿੱਥੇ ਹੈ,
ਤੇ ਕਿਹੜੀਆਂ ਫਾਲਟ ਲਾਈਨਸ ਹੈਗੀਆਂ ਨੇ ਪੰਥਕ ਸਿਆਸਤ ਅਤੇ ਜਿਹੜੀ ਇਲੈਕਟੋਰਲ ਪੋਲਿਟਿਕਸ ਦੇ ਵਿੱਚ ਕਿਤੇ ਨਾ ਕਿਤੇ ਉਸ ਦੁਵਿਧਾ ਦੇ ਵਿੱਚ ਅਕਾਲੀ ਦਲ ਖੁਦ ਵੀ ਰਿਹਾ ਹੈ ਤੇ ਹੁਣ ਅਦਾਲਤਾਂ ਤੋਂ ਲੈ ਕੇ ਇਲੈਕਟੋਰਲ ਫੀਲਡਸ ਤੋਂ ਲੈ ਕੇ ਹਰ ਪਾਸੇ ਉਹ ਜਿਹੜੀਆਂ ਦੁਵਿਧਾਵਾਂ ਉੱਠਣੀਆਂ ਸ਼ੁਰੂ ਹੋ ਗਈਆਂ ਨੇ ਤੇ ਇਸ ਹਾਰ ਨੇ ਇਹ ਜਿਹੜੀ ਕਰਾਰੀ ਸ਼ਿਕਸਤ ਅਕਾਲੀ ਦਲ ਨੂੰ ਮਿਲੀ ਹੈ, ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਜਿਹੜੀ ਮਿਲੀ ਹੈ, ਉਸਨੇ ਇਸ ਪੂਰੇ ਦੇ ਪੂਰੇ ਮੁੱਦੇ ਨੂੰ ਹੋਰ ਹਾਈਲਾਈਟ ਕੀਤਾ ਹੈ ਤੇ ਜਥੇਦਾਰ ਸਾਹਿਬ ਦੇ ਸੁਨੇਹੇ ਜਾਂ ਬਿਆਨ ਤੋਂ ਬਾਅਦ ਤਾਂ ਸਾਨੂੰ ਹੋਰ ਮੌਕਾ ਮਿਲਿਆ। ਸੋ ਕੁਝ ਹੋਰ ਸਮਿਆਂ ਦੇ ਉੱਤੇ ਵੀ ਆਪਾਂ ਹੋਰ ਚਰਚਾਵਾਂ ਕਰਾਂਗੇ ਤੁਹਾਡੇ ਨਾਲ। ਜਾਂਦੇ ਜਾਂਦੇ ਜੇ ਤੁਸੀਂ ਕੁਝ ਸੈਕਿੰਡਾਂ ਦੇ ਵਿੱਚ ਕੋਈ ਹੋਰ ਆਪਣਾ ਕੰਕਲੂਡਿੰਗ ਰਿਮਾਰਕ ਦੇਣਾ ਚਾਹੋ ਤਾਂ ਕਾਈਂਡਲੀ ਸੰਖੇਪ ਦੇ ਵਿੱਚ। ਇਹਦੇ 'ਚ ਅਖੀਰਲੀ ਮੈਂ ਗੱਲ ਇਹ ਕਹਿਣੀ ਚਾਹਾਂਗਾ, ਜਥੇਦਾਰ ਸਾਹਿਬ ਨੇ ਦੋ ਗੱਲਾਂ ਹੈਗੀਆਂ। ਇੱਕ ਪਾਸੇ ਤਾਂ ਆਵਾਜ਼ ਉੱਠ ਰਹੀ ਹੈ ਕਿ ਉਹਨਾਂ ਨੇ ਇਸ ਵੇਲੇ ਕਿਉਂ ਦਿੱਤਾ। ਇਹ ਸਿਰਫ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੇ, ਜਿਹਨੂੰ ਸ਼੍ਰੋਮਣੀ ਅਕਾਲੀ ਦਲ ਕਹਿੰਦੇ ਆ, ਉਹਨੂੰ ਸੈਡ ਕਹਿਣਾ ਜ਼ਿਆਦਾ ਐਪਰੋਪਰੀਏਟ ਹੈ। ਵਾਕਈ ਉਹ ਅੱਜ ਸੈਡ ਕਿਹਾ ਜਾ ਸਕਦਾ ਹੈ, ਜਿਹੜਾ ਉਹਦਾ ਐਬਰੀਵੇਟਡ ਫਾਰਮ ਹੈ। ਕਈ ਪੱਖੋਂ ਕਿਹਾ ਜਾ ਰਿਹਾ ਕਿ ਉਹਨਾਂ ਦੀ ਮਦਦ ਲਈ, ਉਹਨਾਂ ਦੇ ਇੱਕ ਕਿਸਮ ਦਾ ਰਿਲੀਫ ਲਈ ਹੈਗਾ। ਪਰ ਦੂਜੇ ਪਾਸੇ ਦੂਜੇ ਪਾਸੇ ਇਹ ਵੀ ਹੈ ਕਿ ਇੱਕ ਪਾਸੇ ਜਦੋਂ ਆਮ ਆਦਮੀ ਪਾਰਟੀ ਦੀ ਇੰਨੀ ਵੱਡੀ ਹੋਈ ਹੈ, ਉਸ ਏਜੰਡੇ ਨੂੰ ਜਦੋਂ ਲੋਕ ਉਧਰ ਜਾ ਰਹੇ ਆ, ਫਿਰ ਪੰਥਕ ਧਿਰ ਵੱਲ ਮੋੜਨ ਦੀ ਗੱਲ ਕੀਤੀ ਹੈ। ਪੰਥਕ ਏਜੰਡੇ ਨੂੰ ਮੁੜ ਉਜਾੜਨ ਦਾ ਇੱਕ ਪਲੇਟਫਾਰਮ ਦਿੱਤਾ ਹੈ ਔਰ ਪੋਜ਼ਿਟਿਵ ਵੇ 'ਚ ਇਹਨੂੰ ਅਗਰ ਲਿਆ, ਇਹਨੂੰ ਦੋਨੋਂ ਪਾਸਿਓਂ ਦੇਖਿਆ ਜਾ ਸਕਦਾ ਹੈ। ਇੱਕ ਗੱਲ ਮੈਨੂੰ ਉਹਦੇ 'ਚੋਂ ਲੱਗਦੀ ਹੈ, ਸਿੰਘ ਸਾਹਿਬ ਨੇ ਜਿਹੜੀ ਗੱਲ ਕਹੀ ਹੈ, ਦੋ ਗੱਲਾਂ ਉਹਦੇ 'ਚ ਬਹੁਤ ਸਪਸ਼ਟ ਹੈ। ਪਹਿਲੀ ਗੱਲ ਤਾਂ ਜਿਹੜਾ ਅਕਾਲ ਤਖਤ ਹੈਗਾ ਜੀ, ਜਿਹੜਾ ਸ਼੍ਰੋਮਣੀ, ਜਿਹੜਾ ਸਿੱਖ ਗੁਰਦੁਆਰਾ ਐਕਟ ਹੈ, ਉਹ ਗੁਰਦੁਆਰਿਆਂ ਦੇ ਮੈਨੇਜਮੈਂਟ ਦਾ ਐਕਟ ਹੈ, ਲਿਖਿਆ ਵੀ ਹੈ ਫॉर ਦੀ ਬੈਟਰ ਮੈਨੇਜਮੈਂਟ ਆਫ ਦੀ ਗੁਰਦੁਆਰਾ। ਅਕਾਲ ਤਖਤ ਸਾਹਿਬ ਗੁਰਦੁਆਰਾ ਨਹੀਂ ਹੈ, ਨਹੀਂ ਹੈ, ਸ਼ੁਰੂ ਤੋਂ ਨਹੀਂ ਹੈ। ਇਟ ਇਜ਼ ਨਾਟ ਏ ਗੁਰਦੁਆਰਾ। ਇਸ ਕਰਕੇ ਅਕਾਲ ਤਖਤ ਸਾਹਿਬ ਦਾ ਜਿੰਨੀ ਦੇਰ ਆਜ਼ਾਦ ਨਹੀਂ ਹੁੰਦਾ, ਉਹਦਾ ਆਟੋਨੋਮਸ ਕੋਈ ਸਟੇਟਸ ਨਹੀਂ ਹੁੰਦਾ, ਕੋਈ ਨਹੀਂ ਹੁੰਦਾ। ਅਕਾਲ ਤਖਤ ਦੇ ਜਥੇਦਾਰ ਆਰਜ਼ੀ ਨਾ ਹੋ ਕੇ ਉਹਦੇ ਪੈਰਾਂ, ਉਹਦੇ ਕੁਰਸੀ ਨੂੰ ਰੱਸੀ ਨਹੀਂ ਬੰਨੀ ਹੁੰਦੀ, ਰਿਮੋਟ ਕੰਟਰੋਲ ਨਹੀਂ ਹੁੰਦਾ, ਉਨੀ ਦੇਰ ਤੱਕ ਕੋਈ ਆਜ਼ਾਦ ਪੰਥਕ ਸੋਚ ਨਹੀਂ ਕਾਇਮ ਹੁੰਦੀ। ਫਿਰ ਵੀ ਜਿਹਨੇ ਕਹਿੰਦੇ ਤੁਹਾਡੇ ਕੋਲ ਜੋ ਮੌਜੂਦ ਹੈ, ਜਥੇਦਾਰ ਸਾਹਿਬ ਨੇ ਇੱਕ ਗੱਲ ਕਹੀ ਹੈ, ਬਹੁਤ ਅਹਿਮ ਹੈ ਕਿ ਅਕਾਲ ਤਖਤ ਦੀ ਫਸੀਲ ਤੋਂ ਅਕਾਲੀ ਦਲ ਬਣਿਆ ਸੀ ਔਰ ਅਕਾਲ ਤਖਤ ਤੇ ਇਕੱਠੇ ਹੋ ਜਾਓ। ਇਹ ਬੜਾ ਸੋਹਣਾ ਸੁਨੇਹਾ, ਬਿਲਕੁਲ ਸਹੀ ਹੈ। ਅਕਾਲ ਤਖਤ, ਮਗਰ ਇੱਕ ਗੱਲ ਉਹਦੇ ਵਿੱਚ ਮੈਨੂੰ ਨਹੀਂ ਜੱਚ ਰਹੀ ਕਿ ਉਹ ਅਕਾਲੀ ਦਲ ਦੇ ਧੜੇ ਸ਼ਾਮਲ ਹੋ ਜਾਓ। ਸਵਾਲ ਗੱਲ ਇਹ ਹੈ ਕਿ ਅਕਾਲੀ ਦਲ ਦੇ ਧੜੇ ਨਹੀਂ, ਉੱਥੇ ਪੰਥ ਇਕੱਠਾ ਹੋਏ। 1765 10 ਅਪ੍ਰੈਲ 1765 ਦਾ ਇੱਕ ਹਵਾਲਾ ਹੈ। ਅਹਿਮਦ ਸ਼ਾਹ ਅਬਦਾਲੀ ਬਾਰ-ਬਾਰ ਹਮਲਾ ਕਰਦਾ ਸੀ ਅਕਾਲ ਤਖਤ ਸਾਹਿਬ ਨੂੰ ਔਰ ਹਰਮੰਦਰ ਸਾਹਿਬ ਨੂੰ ਢਾ ਦਿੱਤਾ ਗਿਆ। ਜਦੋਂ ਢਾ ਦਿੱਤਾ ਗਿਆ, ਅਕਾਲ ਤਖਤ ਸਾਹਿਬ ਦੇ ਉੱਤੇ ਸਿੱਖ ਇਕੱਠੇ ਹੋਏ। ਪੰਜਾਬ ਯੂਨੀਵਰਸਿਟੀ ਲਾਹੌਰ ਦੀ ਕਿਤਾਬ ਹੈ ਰੀਡਿੰਗਸ ਫਰਮ ਪੰਜਾਬ ਹਿਸਟਰੀ, ਇਕਰਾਮ ਅਲੀ ਮਲਿਕ ਦੀ, ਉਹਦੇ 'ਚ ਉਹਨੇ ਲਿਖਿਆ, ਕਹਿੰਦਾ ਕਿ 10 ਅਪ੍ਰੈਲ 1765 ਨੂੰ ਸਿੱਖ ਇਕੱਠੇ ਹੋਏ। ਉਹਦੇ 'ਚ ਹੋਇਆ ਕਿ ਅਬਦਾਲੀ ਦੇ ਹਮਲੇ ਨੂੰ ਕਿੱਦਾਂ ਰੋਕਿਆ ਜਾਏ। ਇੱਕ ਗਰੀਬ ਸਿੱਖ ਖੜਾ ਹੋ ਕੇ ਕਹਿੰਦਾ ਜੀ ਮੈਂ ਇੱਕ ਰਾਏ ਦਿੰਨਾ। ਕਹਿੰਦੇ ਦੱਸੋ? ਕਹਿੰਦੇ ਲਾਹੌਰ ਤੇ ਕਬਜ਼ਾ ਕਰ ਲਓ। ਬੜੀ ਅਜੀਬ ਜੀ ਗੱਲ ਹੈ। ਉੱਥੇ ਫੈਸਲਾ ਹੋਇਆ ਔਰ ਇਕਰਾਮ ਅਲੀ ਮਲਿਕ ਲਿਖ ਰਿਹਾ, ਪੰਜਾਬ ਯੂਨੀਵਰਸਿਟੀ ਲਾਹੌਰ ਦੀ ਕਿਤਾਬ ਹੈ, ਉਹ ਕਹਿੰਦਾ ਐਂਡ ਦੇ ਉੱਥੋਂ ਹੀ ਸਟਾਰਟ ਕੀਤੇ ਐਂਡ ਈਜ਼ੀਲੀ ਦੇ ਕੈਪਚਰਡ ਲਾਹੌਰ ਵਿਦਿਨ 7 days ਔਰ ਉਹ ਮੁਗਲ ਰਾਜ ਦਾ ਅੰਤ ਹੋ ਗਿਆ। ਲੋੜ ਹੈ ਅੱਜ ਵੀ, ਅੱਜ ਦੀ ਡੇਟ ਵਿੱਚ ਵੀ ਜਥੇਦਾਰ ਸਾਹਿਬ ਦੇ ਕੋਲ ਤਾਕਤ ਹੈ, ਉਹ ਆਪਣੀ ਤਾਕਤ ਇਸਤੇਮਾਲ ਕਰਨ, ਅੱਗੇ ਪਿੱਛੇ ਉੱਤੇ ਥੱਲੇ ਨਾ ਦੇਖਣ। ਉਹ ਅਗਰ ਆਪਣੀ ਤਾਕਤ ਇਸਤੇਮਾਲ ਕਰਨਗੇ ਤੇ ਉਹ ਵੀ ਸੁਰਖਰੂ ਹੋਣਗੇ, ਆਉਣ ਵਾਲਾ ਸਮਾਂ ਵੀ ਸੁਰਖਰੂ ਹੋਏਗਾ। ਉੱਥੇ ਇਕੱਠੇ ਹੋ ਕੇ ਇਹ ਅਕਾਲੀ ਧੜੇ ਜਿਹੜੇ ਕਿ ਖਤਮ ਹੋ ਚੁੱਕੇ ਅਕਾਲੀ ਦਲ ਹੈ, ਉਹਨਾਂ ਨੂੰ ਸੁਰਜੀਤ ਕਰਨਾ ਇਦਾਂ ਹੀ ਹੈ ਜਿਵੇਂ ਗੱਤੇ ਦੇ ਡੱਬਿਆਂ ਨੂੰ, ਉਹਨਾਂ ਨੂੰ ਖੜਾ ਕਰਕੇ ਕੋਈ ਬਾਂਸਾਂ ਦੇ ਉੱਤੇ ਤੁਸੀਂ ਖੜਾ ਕਰਨ ਦੀ ਕੋਸ਼ਿਸ਼ ਕਰੋ। ਸਿੱਖਾਂ ਨੂੰ, ਅਕਾਲੀਆਂ ਨੂੰ ਇਕੱਠੇ ਕਰਨ ਦੀ ਲੋੜ ਨਹੀਂ, ਸਿੱਖਾਂ ਨੂੰ ਇਕੱਠੇ ਕਰਨ ਦੀ ਲੋੜ ਹੈ। ਮਾਸਟਰ ਤਾਰਾ ਸਿੰਘ ਕਿਹਾ ਕਰਦੇ ਸੀ, ਲੀਡਰਾਂ ਦੀ ਫੁੱਟ ਚਾਹੀਦੀ ਹੈ, ਪੰਥ ਦੀ ਏਕਤਾ ਚਾਹੀਦੀ ਹੈ। ਇਸੀ ਨੋਟ ਦੇ ਉੱਤੇ ਇਸ ਗੱਲਬਾਤ ਨੂੰ ਵੀ ਵਾਈਂਡ ਅਪ ਕਰਦੇ ਹਾਂ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਦੇ ਬਿਆਨ ਉੱਤੇ ਜਿਹੜੀ ਗੱਲਬਾਤ ਸੀ, ਉਸ ਚੋਂ ਇੱਕ ਚੀਜ਼ ਤਾਂ ਨਿਕਲ ਕੇ ਆ ਰਹੀ ਹੈ ਕਿ ਬਿਆਨਾਂ ਦਾ ਜਿਹੜਾ ਮਕਸਦ ਰਿਹਾ ਹੋ ਸਕਦਾ ਹੈ, ਉਸਦੇ ਪਿੱਛੇ ਕੁਝ ਸਿਆਸੀ ਮਫਾਦ ਹੋ ਸਕਦੇ ਨੇ ਪਾਰਟੀ ਵਿਸ਼ੇਸ਼ ਦੇ, ਜੋ ਕਿ ਕਿਤੇ ਵੀ ਉਹਨਾਂ ਕਦਰਾਂ ਕੀਮਤਾਂ, ਪੰਥਕ ਕਦਰਾਂ ਕੀਮਤਾਂ ਜਾਂ ਸਿੱਖ ਇਤਿਹਾਸ ਨਾਲ ਜੁੜਿਆ ਹੋਇਆ ਜਿਹੜਾ ਇੱਕ ਇਤਿਹਾਸਿਕ ਸੰਦਰਭ ਹੈ, ਇਹ ਸਾਰੀ ਗੱਲਬਾਤ ਦਾ ਉਸਦੇ ਨੇੜੇ ਤੇੜੇ ਵੀ ਨਹੀਂ ਹੈ। ਸੋ ਜਿਹੜੀਆਂ ਗੱਲਾਂ ਬਾਤਾਂ ਉੱਭਰ ਰਹੀਆਂ ਨੇ, ਕੀਤੀਆਂ ਜਾ ਰਹੀਆਂ ਨੇ, ਉਹ ਨਿਰੋਲ ਤੌਰ ਤੇ ਪੋਲੀਟੀਕਲ ਨੇ, ਸਿਆਸੀ ਨੇ। ਪੰਥਕ ਕ੍ਰਾਈਸਿਸ, ਲਾਰਜਰ ਪੰਥਕ ਕ੍ਰਾਈਸਿਸ ਦੇ ਨਾਲ ਅਜੇ ਵੀ ਉਸ ਚੀਜ਼ ਦਾ ਕੁਝ ਲੈਣਾ ਦੇਣਾ ਨਹੀਂ ਹੈ। ਸੋ ਗੱਲਬਾਤ ਨੂੰ ਕੰਟੀਨਿਊ ਰੱਖਾਂਗੇ। ਲਾਂਬਾ ਸਾਹਿਬ ਬਹੁਤ ਬਹੁਤ ਧੰਨਵਾਦ ਤੇ ਆਉਣ ਵਾਲੇ ਹੋਰ ਦਿਨਾਂ ਦੇ ਵਿੱਚ ਕੁਝ ਹੋਰ ਅਜਿਹੀਆਂ ਡਿਸਕਸ਼ਨਸ ਲੈ ਕੇ ਤੁਹਾਡੇ ਨਾਲ ਫੇਰ ਹਾਜ਼ਰ ਹੁੰਦੇ ਰਹਾਂਗੇ।
ਆਪਣਾ ਸਮਾਂ ਬਹੁਤ ਦੇਣ ਬਹੁਤ ਲਈ, ਆਪਣੇ ਕੀਮਤੀ ਵਿਚਾਰ ਸਾਡੇ ਸਾਹਮਣੇ ਰੱਖਣ ਲਈ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਧੰਨਵਾਦ। ਥੈਂਕ ਯੂ। ਥੈਂਕ ਯੂ ਸੋ ਮਚ। ਥੈਂਕ ਯੂ।